गुरु रूप प्यारी साध संगत जी, वाहिगुरु जी का खालसा वाहिगुरु जी की फतेह। पुरातन गुरसिखां दे जीवन ਵੱਲ ਅਸੀਂ ਜਦ ਦੇਖਦੇ ਹਾਂ ਤਾਂ ਉਹਨਾਂ ਨੂੰ ਉੱਚੇ ਆਚਰਣ ਦੀ ਕਦਰ ਕੀਮਤ ਹੁੰਦੀ ਸੀ। ਉਹਨਾਂ ਦੇ ਅੰਦਰ ਆਪਣੀ ਸ਼ਖਸੀ ਅਤੇ ਕੌਮੀ ਆਚਾਰ ਨੂੰ ਬਰਕਰਾਰ ਰੱਖਣ ਲਈ ਉਹਨਾਂ ਨੂੰ ਕਈ ਸ਼ਹੀਦੀਆਂ ਵੀ ਦੇਣੀਆਂ ਪੈਂਦੀਆਂ ਸਨ, ਜਿਹੜੀਆਂ ਕਿ ਉਹ ਹੱਸ ਕੇ ਦਿੰਦੇ ਸਨ। ਪਰ ਅੱਜ ਕੱਲ੍ਹ ਹਉਮੈ ਦੇ ਭਰਮ ਭੁਲਾਵੇ ਵਿੱਚ ਸਾਡਾ ਜੀਵਨ ਮਾਇਕੀ ਰੰਗਣ ਵਾਲਾ ਹੋ ਗਿਆ ਹੈ, ਜਿਸ ਕਾਰਨ ਉੱਚੇ ਸੁੱਚੇ ਆਚਾਰ ਦੀ ਕਦਰ ਕੀਮਤ ਹੀ ਨਹੀਂ ਰਹੀ। ਆਪਣੀ ਹਉਂ-ਧਾਰੀ ਸ਼ਖਸੀਅਤ ਨੂੰ ਜਾਇਜ਼ ਨਾਜਾਇਜ਼ ਤਰੀਕਿਆਂ ਨਾਲ ਪਾਲਣਾ ਇਹ ਸਾਡਾ ਆਚਾਰ ਬਣ ਚੁੱਕਿਆ ਹੈ। ਪਰ ਫਿਰ ਵੀ ਕਈ ਗੁਰਸਿੱਖ ਪਿਆਰੇ ਜਦੋਂ ਸਤਸੰਗਤ ਵਿੱਚ ਆ ਕੇ ਧਿਆਨ ਨਾਲ ਗੁਰਬਾਣੀ ਨੂੰ ਸੁਣਦੇ ਹਨ ਜਾਂ ਆਪਣੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਆਪਣੀਆਂ ਅੱਖਾਂ ਅੱਗੇ ਲਿਆਉਂਦੇ ਹਨ ਤਾਂ ਉਹਨਾਂ ਦੇ ਅੰਤਰਾਤਮੇ ਵਿੱਚੋਂ ਆਵਾਜ਼ ਉੱਠਦੀ ਹੈ ਕਿ ਬਸ ਬਹੁਤ ਹੋ ਗਿਆ ਇਹ ਮਲੀਨ ਜੀਵਨ ਜੀਵਣਾ, ਹੁਣ ਇਸ ਤੋਂ ਅੱਗੇ ਅਸੀਂ ਗੁਰੂ ਦੇ ਆਦਰਸ਼ ਅਨੁਸਾਰ ਜੀਵਨ ਜੀਵਾਂਗੇ। ਸੋ ਇਹੋ ਜਿਹੀ ਜਾਗੀ ਹੋਈ ਆਤਮਾ ਨੂੰ ਸੇਧ ਦੇਣ ਲਈ ਅੱਜ ਦਾ ਗੁਰਬਾਣੀ ਵਿਚਾਰ ਦਾ ਲੇਖ ਆਚਾਰ। ਇਸ ਵਿੱਚ ਪਹਿਲੇ ਅਸੀਂ ਦੇਖਾਂਗੇ ਕਿ ਮਾਇਕੀ ਰੰਗਣ ਵਾਲਾ ਆਚਾਰ ਸਾਡਾ ਕਿਵੇਂ ਬਣਦਾ ਹੈ, ਉੱਥੇ ਅਸੀਂ ਕੀ ਕਰਨਾ ਹੈ। ਇਸ ਤੋਂ ਬਾਅਦ ਗੁਰਬਾਣੀ ਸਾਨੂੰ ਕਿਹੜੇ ਆਚਾਰ ਵੱਲ ਪ੍ਰੇਰਦੀ ਹੈ, ਕਿਹੜੇ ਕਰੈਕਟਰ ਵੱਲ ਪ੍ਰੇਰਦੀ ਹੈ। ਫਿਰ ਉਸ ਨੂੰ ਪ੍ਰਾਪਤੀ ਕਰਨ ਲਈ ਅਸੀਂ ਕੀ ਸਾਧਨ ਵਰਤ ਸਕਦੇ ਹਾਂ। ਜੋ ਕੁਝ ਅਸੀਂ ਆਪਣਾ ਆਚਾਰ ਹੁਣ ਬਣਾ ਚੁੱਕੇ ਉਹ ਤਾਂ ਬਣ ਗਿਆ, ਇਸ ਤੋਂ ਅੱਗੇ ਅਸੀਂ ਉਸ ਨੂੰ ਤਬਦੀਲ ਕਿਵੇਂ ਕਰ ਸਕਦੇ ਹਾਂ। ਸੋ ਇਹਨਾਂ ਵਿਚਾਰਾਂ ਤੇ ਆਧਾਰਿਤ ਗੁਰਮੁਖ ਪਿਆਰਿਆਂ ਦਾ ਲੇਖ 11 ਨੰਬਰ। ਆਓ ਪਿਆਰ ਨਾਲ ਸਰਵਣ ਕਰੀਏ। ਮਨ ਵਿੱਚ ਪਹਿਲਾ ਖਿਆਲ ਉਪਜਦੇ ਹਨ ਤੇ ਉਹ ਖਿਆਲ ਕਿਰਿਆ ਜਾਂ ਕਰਮ ਵਿੱਚ ਪ੍ਰਗਟ ਹੋ ਜਾਂਦੇ ਹਨ। ਜੇ ਖਿਆਲ ਅਤੇ ਕਰਮਾਂ ਨੂੰ ਮੁੜ-ਮੁੜ ਦੁਹਰਾਇਆ ਜਾਵੇ ਜਾਂ ਉਹਨਾਂ ਦਾ ਅਭਿਆਸ ਕੀਤਾ ਜਾਵੇ ਤਾਂ ਉਹ ਸੁਭਾਅ ਜਾਂ ਆਦਤ ਬਣ ਜਾਂਦੀ ਹੈ। ਜਦ ਖਿਆਲ ਆਦਤ ਵਿੱਚ ਬਦਲ ਜਾਏ ਤਾਂ ਉਹ ਆਦਤ ਹੀ ਕਰਮਾਂ ਵਿੱਚ ਆਪ ਮੁਹਾਰੇ ਪ੍ਰਗਟ ਹੁੰਦੀ ਰਹਿੰਦੀ ਹੈ। ਇਹ ਆਦਤ ਦਾ ਜਦੋਂ ਫਿਰ ਅਸੀਂ ਹੋਰ ਅਭਿਆਸ ਕਰਦੇ ਹਾਂ ਤਾਂ ਸਹਿਜੇ ਸਹਿਜੇ ਇਤਨੇ ਸ਼ਕਤੀਸ਼ਾਲੀ ਹੋ ਜਾਂਦੇ ਹਨ ਕਿ ਸਾਡੇ ਤਨ ਮਨ ਤੇ ਬੁੱਧੀ ਇਸ ਆਦਤ ਦੀ ਬੁਰੀਆਈ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਉਸ ਭੈੜੀ ਆਦਤ ਤੋਂ ਛੁਟਕਾਰਾ ਨਹੀਂ ਪਾ ਸਕਦੇ। ਇਸ ਤਰ੍ਹਾਂ ਇਨਸਾਨ ਆਪਣੀ ਬਣਾਈ ਹੋਈ ਆਦਤ ਜਾਂ ਸੁਭਾਅ ਦਾ ਗੁਲਾਮ ਹੋ ਜਾਂਦਾ ਹੈ। ਜਾਣਦਿਆਂ ਵੀ ਅਸੀਂ ਉਸ ਆਦਤ ਤੋਂ ਫਿਰ ਛੁਟਕਾਰਾ ਨਹੀਂ ਪਾ ਸਕਦੇ। ਜਿਸ ਤਰ੍ਹਾਂ ਕਿ ਸ਼ਰਾਬੀ ਜਾਂ ਅਮਲੀ, ਇੱਥੇ ਹੀ ਬਸ ਨਹੀਂ। ਜੇਕਰ ਇਹਨਾਂ ਆਦਤਾਂ ਦਾ ਜਾਂ ਸੁਭਾਅ ਦਾ ਹੋਰ ਲੰਮੇ ਸਮੇਂ ਤਾਈਂ ਅਭਿਆਸ ਹੁੰਦਾ ਰਹੇ ਤਾਂ ਫਿਰ ਇਹ ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੀਆਂ ਹਨ। ਇਉਂ ਅੰਤਸ਼ਕਰਨ ਵਿੱਚ ਉਤਰੇ ਜਾਂ ਇਕੱਠੇ ਹੋਏ ਖਿਆਲਾਂ ਦਾ ਸਾਡੇ ਤਨ ਮਨ ਤੇ ਬੁੱਧੀ ਤੇ ਇਤਨਾ ਡੂੰਘਾ ਅਸਰ ਹੋ ਜਾਂਦਾ ਹੈ ਕਿ ਅਸੀਂ ਇਹਨਾਂ ਦੀ ਗੁਲਾਮੀ ਵਿੱਚ ਜਕੜੇ ਜਾਂਦੇ ਹਾਂ। ਇਸ ਤਰ੍ਹਾਂ ਖਿਆਲਾਂ ਜਾਂ ਕਰਮਾਂ ਦੇ ਲਗਾਤਾਰ ਅਭਿਆਸ ਕਰਨ ਨਾਲ ਸਾਡੇ ਅੰਦਰ ਇਹਨਾਂ ਖਿਆਲਾਂ ਦੀ ਰੰਗਤ ਪਹਿਲਾਂ ਧੱਸ ਜਾਂਦੀ ਹੈ, ਫਿਰ ਵਸ ਜਾਂਦੀ ਹੈ ਤੇ ਸਹਿਜੇ ਸਹਿਜੇ ਰਸ ਜਾਂਦੀ ਹੈ ਤੇ ਜੀਵ ਅੰਤ ਨੂੰ ਉਸ ਦਾ ਹੀ ਸਰੂਪ ਬਣ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਅਫੀਮ ਦੇ ਅਮਲੀ ਨੂੰ ਹੀ ਦੇਖੋ। ਉਹ ਪਹਿਲਾਂ ਕਦੇ ਕਦੇ ਅਫੀਮ ਖਾਣੀ ਸ਼ੁਰੂ ਕਰਦਾ ਹੈ, ਫਿਰ ਉਸ ਦੀ ਉਹ ਆਦਤ ਬਣ ਜਾਂਦੀ ਹੈ ਤੇ ਕੁਝ ਸਮਾਂ ਪਾ ਕੇ ਉਹ ਅਮਲੀ ਬਣ ਜਾਂਦਾ ਹੈ। ਫਿਰ ਤਾਂ ਅਫੀਮ ਦੇ ਔਗਣਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਇਸ ਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਪਾ ਸਕਦਾ। ਦੇਖਿਆ ਗਿਆ ਹੈ ਕਿ ਸਾਰੀ ਉਮਰ ਅਫੀਮ ਖਾਂਦਿਆਂ ਖਾਂਦਿਆਂ ਅਫੀਮ ਦਾ ਅਸਰ ਉਸ ਦੇ ਰਗੋ ਰੇਸ਼ੇ ਵਿੱਚ ਇਤਨਾ ਡੂੰਘਾ ਉਤਰ ਕੇ ਰਸ ਜਾਂ ਸਮਾ ਜਾਂਦਾ ਹੈ ਕਿ ਉਹ ਅਮਲੀ ਸਮੁੱਚੇ ਤੌਰ ਤੇ ਅਫੀਮ ਦਾ ਹੀ ਅੰਤਰੀਵ ਸਰੂਪ ਬਣ ਜਾਂਦਾ ਹੈ ਤੇ ਉਸ ਦੇ ਜੀਵਨ ਦੇ ਹਰ ਇੱਕ ਪਹਿਲੂ ਯਾਨੀ ਖਿਆਲ, ਬੋਲ, ਤਕਣੀ, ਸੋਚਣੀ, ਹਰਕਤ, ਅਦਾ, ਵਿਵਹਾਰ, ਵਰਤਾਵੇ ਵਿੱਚ ਅਫੀਮ ਦੀ ਝਲਕ ਦਿਖਾਈ ਦਿੰਦੀ ਹੈ। ਐਸੇ ਜੀਵਨ ਦੇ ਤੁਰ ਅੰਤਸ਼ਕਰਨ ਵਿੱਚੋਂ ਆਪ ਮੁਹਾਰੇ ਫੁੱਟ ਕੇ ਨਿਕਲੀ ਹੋਈ ਹਵਾੜ ਨੂੰ ਆਚਾਰ ਕਿਹਾ ਜਾਂਦਾ ਹੈ। ਉਹ ਰੰਗਤ ਜਿਹੜੀ ਸਾਡੀ ਅੰਤਸ਼ਕਰਨ ਵਿੱਚ ਬਹੁਤ ਪ੍ਰਬਲ ਦ੍ਰਿੜ ਹੋ ਚੁੱਕੀ ਹੈ, ਜਿਹੜੀ ਹਵਾੜ ਨਿਕਲਦੀ ਹੈ ਬਾਰ-ਬਾਰ ਸਾਡੇ ਅੰਤਸ਼ਕਰਨ ਵਿੱਚੋਂ, ਉਹੀ ਸਾਡਾ ਆਚਾਰ ਹੈ। ਸੋ ਪਿਛਲੀ ਵਿਚਾਰ ਤੋਂ ਸਿੱਧ ਹੋਇਆ ਕਿ ਆਚਾਰ ਸਾਡੇ ਆਪਣੇ ਹੀ ਖਿਆਲਾਂ, ਕਰਮਾਂ ਤੇ ਆਦਤਾਂ ਦੇ ਲੰਮੇ ਅਭਿਆਸ ਦਾ ਸਮੁੱਚਾ ਨਤੀਜਾ ਹੈ। ਸਾਡੇ ਚੰਗੇ ਜਾਂ ਮਾੜੇ ਹੋਣ ਦਾ ਕਾਰਨ ਸਾਡੇ ਪਿਛਲੇ ਸੰਸਕਾਰ, ਅਜੋਕਾ ਵਾਤਾਵਰਣ ਤੇ ਸੰਗਤ ਹੁੰਦੇ ਹਨ। ਧਿਆਨ ਦੇਣਾ ਜੀ, ਆਚਾਰ ਬਣਦਾ ਤਾਂ ਖਿਆਲਾਂ ਤੋਂ ਹੈ। ਖਿਆਲਾਂ ਦੇ ਅਭਿਆਸ ਨਾਲ, ਖਿਆਲਾਂ ਤੋਂ ਕਰਮ ਹੁੰਦੇ ਹਨ, ਕਰਮਾਂ ਦੇ ਅਭਿਆਸ ਨਾਲ ਆਚਾਰ। ਪਰ ਖਿਆਲਾਂ ਨੂੰ ਸੇਧ ਸੰਗਤ ਤੋਂ ਮਿਲਦੀ ਹੈ, ਜਿਹੋ ਜੀ ਅਸੀਂ ਸੰਗਤ ਕਰਦੇ ਹਾਂ। ਜਿਸ ਤਰ੍ਹਾਂ
ਭਿੰਨ ਬੀਜਾਂ ਤੋਂ ਉਪਜੇ ਬੂਟਾਂ ਦੀਆਂ ਟਾਹਣੀਆਂ, ਪੱਤੇ, ਫਲ, ਰਸ, ਰੰਗ, ਸੁਗੰਧੀ ਹਰ ਇੱਕ ਬੀਜ ਦੀ ਅੰਦਰਲੀ ਸ਼ਖਸੀਅਤ ਦੀ ਰੰਗਤ ਜਾਂ ਕਿਸਮ ਤੇ ਨਿਰਭਰ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡਾ ਆਚਾਰ ਹੇਠ ਲਿਖੇ ਕਾਰਨਾਂ ਦੁਆਰਾ ਬਣਦਾ ਹੈ। ਸਾਡੇ ਪਿਛਲੇ ਜਨਮਾਂ ਦੇ ਸੰਸਕਾਰ, ਇਸ ਜਨਮ ਦੀ ਸੰਗਤ ਦਾ ਅਸਰ ਤੇ ਬਾਹਰਲੇ ਅਸਰਾਂ ਦੇ ਗ੍ਰਹਿਣ ਕਰਨ ਦੀ ਸ਼ਕਤੀ, ਇਹਨਾਂ ਤੋਂ ਉਪਜੇ ਖਿਆਲਾਂ ਜਾਂ ਕਰਮਾਂ ਦੇ ਅਭਿਆਸ ਦੇ ਸਮੁੱਚੇ ਨਤੀਜੇ ਵਜੋਂ ਨਿਕਲੀ ਸੁਗੰਧੀ ਜਾਂ ਹਵਾੜ ਨੂੰ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਪਿਛਲੇ ਜਨਮ ਦੇ ਸੰਸਕਾਰ ਤਾਂ ਸਾਡੇ ਵੱਸ ਤੋਂ ਬਾਹਰ ਹਨ, ਪਰ ਇਸ ਜਨਮ ਦੇ ਕਾਰਨਾਂ ਨੂੰ ਸਹੀ ਸੇਧ ਦੇਣੀ ਸਾਡੇ ਵੱਸ ਵਿੱਚ ਹੈ, ਕਿਉਂਕਿ ਵਾਹਿਗੁਰੂ ਜੀ ਨੇ ਇਨਸਾਨ ਨੂੰ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ। ਨਿਰਮਲ ਪਾਣੀ ਵਿੱਚ ਭਿੰਨ ਕਿਸਮਾਂ ਤੇ ਰੰਗਤ ਦੀਆਂ ਚੀਜ਼ਾਂ ਪਾਈ ਜਾਓ ਤਾਂ ਉਹ ਪਾਣੀ ਭਿੰਨ ਚੀਜ਼ਾਂ ਦੀ ਰੰਗਤ ਲੈਂਦਾ ਹੋਇਆ ਕੋਈ ਮਿਲਗੋਬਾ ਘੋਲ ਬਣਦਾ ਜਾਵੇਗਾ ਤੇ ਹਰ ਇੱਕ ਚੀਜ਼ ਦੀ ਮਿਲਾਵਟ ਨਾਲ ਉਸ ਦੀ ਰੰਗਤ, ਸਵਾਦ ਤੇ ਬਣਾਵਟ ਵਿੱਚ ਤਬਦੀਲੀ ਹੁੰਦੀ ਜਾਵੇਗੀ। ਇਸ ਤਰ੍ਹਾਂ ਉਸ ਘੋਲ ਦੀ ਸ਼ਖਸੀਅਤ ਨਾਲੋਂ ਨਾਲ ਬਦਲਦੀ ਜਾਂਦੀ ਹੈ, ਹਰ ਇੱਕ ਕਿਣਕੇ ਨਾਲ। ਸੋ ਸਾਡੇ ਜੀਵਨ ਦੇ ਪਿਛਲੇ ਸੰਸਕਾਰਾਂ ਦੇ ਘੋਲ ਵਿੱਚ ਇਸ ਜਨਮ ਦੇ ਖਿਆਲਾਂ ਤੇ ਕਰਮਾਂ ਨਾਲ ਖਿੰਨ ਪਲ ਸਾਡੇ ਜੀਵਨ ਘੋਲ ਦੀ ਰੰਗਤ ਬਦਲਦੀ ਜਾਂਦੀ ਹੈ। ਇਸ ਤਬਦੀਲੀ ਦੇ ਜ਼ਿੰਮੇਵਾਰ ਸਾਡਾ ਮਨ ਦੇ ਖਿਆਲ ਅਤੇ ਕਰਮ ਹਨ। ਇਸ ਤਰ੍ਹਾਂ ਅਸੀਂ ਆਪਣੀਆਂ ਆਦਤਾਂ, ਆਚਾਰਨ ਜਾਂ ਸ਼ਖਸੀਅਤ ਤੇ ਭਾਗ ਆਪ ਹੀ ਬਣਾ ਰਹੇ ਹਾਂ ਤੇ ਪਲ ਬਦਲ ਰਹੇ ਹਾਂ। ਜਿਹੜਾ ਕੋਈ ਨਿੱਕਾ ਜਿਹਾ ਵੀ ਖਿਆਲ ਸੋਚਦੇ ਹਾਂ ਉਹ ਵੀ ਮਨ ਦੀ ਰੰਗਤ ਨੂੰ ਬਦਲ ਦਿੰਦਾ ਹੈ। ਕੋਈ ਖਿਆਲਾਂ ਤੋਂ ਫਿਰ ਕਰਮ ਕਰਦੇ ਹੋ, ਕਰਮ ਵੀ ਮਨ ਦੀ ਰੰਗਤ ਬਦਲ ਦਿੰਦਾ ਹੈ। ਇਸ ਲਈ ਅਸੀਂ ਆਪਣੇ ਆਚਾਰ, ਭਾਗ, ਸ਼ਖਸੀਅਤ ਨੂੰ ਆਪ ਹੀ ਬਣਾ ਰਹੇ ਹਾਂ ਤੇ ਪਲ ਬਦਲ ਰਹੇ ਹਾਂ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਸਾਡੇ ਮੌਜੂਦਾ ਮਨ ਦੀ ਰੰਗਤ ਅਥਵਾ ਸ਼ਖਸੀਅਤ ਹੈ ਉਹ ਪਿਛਲੇ ਕਈ ਜਨਮਾਂ ਦੇ ਸਮੁੱਚੇ ਸੰਸਕਾਰਾਂ, ਇਸ ਜਨਮ ਦੇ ਖਿਆਲਾਂ ਤੇ ਹੁਣ ਦੇ ਕਰਮਾਂ ਦਾ ਸਮੁੱਚਾ ਨਤੀਜਾ ਹੈ। ਦੂਜੇ ਲਫ਼ਜ਼ਾਂ ਵਿੱਚ ਮੌਜੂਦਾ ਆਚਾਰ ਜਾਂ ਸ਼ਖਸੀਅਤ ਦੇ ਬਣਨ ਲਈ ਕਈ ਜਨਮਾਂ ਦੀ ਜੀਵਨ ਕਿਰਿਆ ਦੇ ਲੰਮੇ ਅਰਸੇ ਦੇ ਅਭਿਆਸ ਦਾ ਹੀ ਨਤੀਜਾ ਹੈ। ਇਸ ਲਈ ਸਾਡੇ ਆਚਾਰ ਜਾਂ ਸ਼ਖਸੀਅਤ ਦੇ ਬਦਲਣ ਲਈ ਵੀ ਬੇਅੰਤ ਸਮੇਂ ਲਈ ਲਗਾਤਾਰ ਘਾਲਣਾ ਅਤੇ ਦ੍ਰਿੜਤਾ ਦੀ ਲੋੜ ਹੈ। ਸੋ ਫਿਰ ਦੁਹਰਾ ਦਈਏ ਕਿ ਅਸੀਂ ਆਪਣੇ ਸਰੀਰਕ ਗਿਆਨ ਇੰਦਰੀਆਂ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਹਾਂ, ਫਿਰ ਉਸ ਸੰਗਤ ਦੇ ਅਸਰਾਂ ਦੇ ਅਧੀਨ ਕਰਮ ਕਰਦੇ ਹਾਂ। ਇਹਨਾਂ ਕਰਮਾਂ ਦਾ ਅਭਿਆਸ ਕਰਦਿਆਂ ਹੋਇਆਂ ਸਾਡੀ ਆਦਤ ਬਣ ਜਾਂਦੀ ਹੈ। ਇਹ ਆਦਤ ਸਹਿਜੇ ਅੰਤਸ਼ਕਰਣ ਵਿੱਚ ਉਤਰ ਕੇ ਸੁਭਾਵ ਜਾਂ ਆਚਾਰ ਬਣ ਜਾਂਦਾ ਹੈ। ਸੋ ਇਸ ਸਾਰੀ ਕਿਰਿਆ ਵਿੱਚ ਸੰਗਤ ਦੀ ਅਤਿਅੰਤ ਮਹੱਤਤਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵਸ਼ੀ ਸਾਡੇ ਖਿਆਲ ਤੇ ਕਰਮ ਨੀਵੇਂ ਹੋਣਗੇ, ਤੇ ਜੇਕਰ ਉੱਤਮ ਆਤਮਕ ਸੰਗਤ ਕਰਾਂਗੇ ਤਾਂ ਸਹਿਜੇ ਹੀ ਸਾਡੇ ਕੋਲੋਂ ਚੰਗੇ ਕਰਮ ਹੋਣਗੇ ਤੇ ਸਾਡਾ ਸੁਭਾਅ ਚੰਗੇਰਾ ਹੁੰਦਾ ਜਾਵੇਗਾ। ਸੋ ਇੱਥੇ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸੰਗਤ ਕਈ ਪ੍ਰਕਾਰ ਦੀ ਹੈ। ਪਹਿਲਾਂ ਤਾਂ ਹੈ ਸ਼ਖਸੀ ਸੰਗਤ। ਇਹ ਤਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੋ ਜਿਹੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹ ਜਿਹਾ ਹੀ ਸਾਡਾ ਆਚਾਰ ਅਥਵਾ ਜੀਵਨ ਬਣ ਜਾਂਦਾ ਹੈ, ਕਿਉਂਕਿ ਦੋ ਸੰਗੀਆਂ ਵਿੱਚੋਂ ਜਿਸ ਦਾ ਮਨ ਪ੍ਰਬਲ ਹੋਵੇਗਾ ਉਸ ਦੀ ਰੰਗਤ ਦਾ ਅਸਰ ਦੂਸਰੇ ਤੇ ਹੋਣਾ ਲਾਜ਼ਮੀ ਹੈ। ਇੱਕ ਦੂਸਰੇ ਦੇ ਮਨ ਤੇ ਮਾਨਸਿਕ ਕਿਰਨਾਂ ਦਾ ਅਸਰ ਹੁੰਦਾ ਹੈ। ਕਿਉਂਕਿ ਦੁਨੀਆ ਵਿੱਚ ਮਾਇਕੀ ਰੰਗਤ ਵਾਲਿਆਂ ਦੀ ਬਹੁਲਤਾ ਹੈ, ਇਸ ਕਰਕੇ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣ। ਕਬੀਰ ਸਾਕਤ ਸੰਗ ਨ ਕੀਜੀਐ, ਦੂਰੋਂ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਿਛ ਲਾਗੈ ਦਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਿਉਂਕਿ ਸਾਡੇ ਮਨ ਤੇ ਸੰਗਤ ਦਾ ਅਸਰ ਹੁੰਦਾ ਹੈ, ਸੰਗਤ ਅਨੁਸਾਰ ਹੀ ਅਸੀਂ ਖਿਆਲ ਸੋਚਦੇ ਹਾਂ। ਸੋ ਮੁੱਢਲੀਆਂ ਜਿਹੜੀਆਂ ਗੱਲਾਂ ਹਨ ਕਿ ਕਈ ਤਰ੍ਹਾਂ ਦੀ ਕੁਸੰਗਤ ਹੈ ਜੋ ਸਾਡੇ ਮਨ ਤੇ ਬੁਰਾ ਪ੍ਰਭਾਵ ਪਾਉਂਦੀ ਹੈ, ਉਸ ਤੋਂ ਅਸੀਂ ਬਚਣਾ ਹੈ। ਸੋ ਸਭ ਤੋਂ ਪਹਿਲਾਂ ਤਾਂ ਦੁਨੀਆ ਵਿੱਚ ਮਾਇਕੀ ਰੰਗਤ ਵਾਲੇ ਲੋਕਾਂ ਦੀ ਬਹੁਲਤਾ ਹੈ। ਘੱਟ ਤੋਂ ਘੱਟ ਲੋਕਾਂ ਨਾਲ ਅਸੀਂ ਵਾਹ ਪਾਉਣਾ ਹੈ, ਰਿਸ਼ਤਾ ਘੱਟ ਤੋਂ ਘੱਟ ਬੰਦਿਆਂ ਨਾਲ ਰੱਖਣਾ ਹੈ। ਕਿਉਂਕਿ ਸਿਰਫ ਜੇ ਅਸੀਂ ਗੱਲ ਨਹੀਂ ਵੀ ਕਰਦੇ, ਮਾਨਸਿਕ ਕਿਰਨਾਂ ਦਾ ਵੀ ਅਸਰ ਹੁੰਦਾ ਇੱਕ ਦੂਜੇ ਤੇ। ਜੇ ਮਾਇਕੀ ਰੰਗਤ ਵਾਲੇ ਦੀ ਸੰਗਤ ਵਿੱਚ ਜਾਵਾਂਗੇ ਜਾਂ ਉਸ ਦੇ ਨੇੜੇ ਵੀ ਜਾਵਾਂਗੇ ਤਾਂ ਉਸ ਦੀ ਮਾਨਸਿਕ ਕਿਰਨਾਂ ਦਾ ਅਸਰ ਸਾਡੇ ਮਨ ਤੇ ਪਵੇਗਾ। ਸੋ ਪਹਿਲਾ ਨੁਕਤਾ ਕਿ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣਾ ਹੈ। ਦੂਸਰਾ ਹੈ ਲਿਖਤੀ ਸੰਗਤ। ਕਹਾਵਤ ਹੈ ਕਿ ਕਿਸੇ ਬੰਦੇ ਦਾ ਆਚਾਰ ਜਾਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਉਸ ਦੇ ਸਰਾਣੇ ਪਈਆਂ ਕਿਤਾਬਾਂ ਦੇਖ ਲਓ, ਉਹਨਾਂ ਕਿਤਾਬਾਂ ਤੋਂ ਜ਼ਾਹਰ ਹੋ ਜਾਵੇਗਾ ਕਿ ਉਸ ਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੋ ਜਾਂਦਾ ਹੈ
ਕਿ ਉਸ ਦਾ ਆਚਾਰ ਉਸ ਕਿਤਾਬ ਦੇ ਖਿਆਲਾਂ ਜਾਂ ਵਲਵਲਿਆਂ ਦੀ ਰੰਗਤ ਵਾਲਾ ਹੈ, ਭਾਵੇਂ ਉਹ ਉੱਪਰੋਂ ਕਿਹੋ ਜਿਹਾ ਵੀ ਬਣਿਆ ਫਿਰੇ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਤੇ ਵਿਸ਼ਵ ਦੇ ਆਚਾਰ ਤੇ ਅਖਲਾਕ ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ ਉਹਨਾਂ ਦੀ ਰੁਚੀ ਤੋਂ। ਜਿਸ ਕੌਮ ਅਥਵਾ ਦੇਸ਼ ਵਿੱਚ ਜਿਹੋ ਜਿਹਾ ਸਾਹਿਤ ਬਹੁਤ ਪੜ੍ਹਿਆ ਜਾਵੇ ਅਥਵਾ ਉਹਨਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ ਅਤੇ ਜਿਸ ਕਿਸਮ ਦਾ ਸਾਹਿਤ ਬਹੁਤਾ ਪ੍ਰਚਲਿਤ ਹੋਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਅਖਲਾਕ ਉਹ ਜਿਹਾ ਹੀ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਹਿਤ ਹੀ ਜੀਵ, ਕੌਮ, ਮੁਲਕ ਤੇ ਵਿਸ਼ਵ ਦੇ ਆਚਰਣ ਅਤੇ ਜੀਵਨ ਦੀ ਕਦਰ ਕੀਮਤ ਨੂੰ ਪਰਖਣ ਦੀ ਕਸਵੱਟੀ ਹੈ। ਇਸ ਜ਼ਮਾਨੇ ਅੰਦਰ ਕੌਮਾਂ, ਦੇਸ਼ਾਂ ਤੇ ਵਿਸ਼ਵ ਵਿੱਚ ਮਲੀਨ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਪ੍ਰਬਲ ਰੁਚੀ ਹੈ, ਜਿਸ ਕਾਰਨ ਸਮੁੱਚੇ ਵਿਸ਼ਵ ਦੀ ਮਾਨਸਿਕ ਅਵਸਥਾ ਅਤੇ ਅਖਲਾਕ ਗਿਰਾਵਟ ਵੱਲ ਰੁੜਿਆ ਜਾ ਰਿਹਾ ਹੈ ਅਤੇ ਉੱਤਮ ਦੈਵੀ ਜੀਵਨ ਸੇਧ ਦੇਣ ਵਾਲੇ ਸਾਹਿਤ ਲਈ ਰੁਚੀ ਅਥਵਾ ਮੰਗ ਘਟਦੀ ਜਾ ਰਹੀ ਹੈ। ਕਿੰਨੇ ਫਿਲਮੀ ਮੈਗਜ਼ੀਨ, ਕਿੰਨੇ ਗੰਦੇ ਨਾਵਲ ਬਾਜ਼ਾਰ ਵਿੱਚ ਵਿਕਦੇ ਹਨ, ਕਿੰਨੇ ਚਾਅ ਨਾਲ ਲੋਕ ਖਰੀਦ ਕੇ ਉਹਨਾਂ ਨੂੰ ਪੜ੍ਹਦੇ ਹਨ। ਮੰਗ ਅਤੇ ਪੂਰਤੀ ਦੇ ਨਿਯਮ ਅਨੁਸਾਰ ਜਿਹੋ ਜਿਹੀ ਰੁਚੀ ਅਥਵਾ ਮੰਗ ਹੁੰਦੀ ਹੈ ਉਹ ਜਿਹਾ ਸਾਹਿਤ ਤੇ ਲਿਖਿਆ ਜਾਂਦਾ ਹੈ। ਇਸ ਲਈ ਲਿਖਾਰੀਆਂ ਨੂੰ ਮਜਬੂਰ ਹੋ ਕੇ ਜਨਤਾ ਦੀ ਰੁਚੀ ਅਨੁਸਾਰ ਹੀ ਸਾਹਿਤ ਤੇ ਲਿਖਣਾ ਪੈਂਦਾ ਹੈ। ਇਸੇ ਕਾਰਨ ਅਜੋਕੇ ਸਾਹਿਤਕਾਰਾਂ ਦੀ ਮਾਨਸਿਕ ਰੰਗਤ ਵੀ ਮਾਇਕੀ ਮਲੀਨ ਵਾਸ਼ਨਾਵਾਂ ਵਾਲੀ ਹੁੰਦੀ ਜਾ ਰਹੀ ਹੈ। ਜੇ ਕੋਈ ਗੁਰਮੁਖ ਪਿਆਰਾ ਉੱਚੀਆਂ ਸੁੱਚੀਆਂ ਆਤਮਕ ਲੇਖਣੀਆਂ ਲਿਖਦਾ ਵੀ ਹੈ ਤਾਂ ਪ੍ਰਕਾਸ਼ਕ ਉਹਨਾਂ ਨੂੰ ਛਾਪਣ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਇਹਨਾਂ ਦੀ ਮੰਗ ਬਾਜ਼ਾਰ ਵਿੱਚ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਉਹਨਾਂ ਦੀ ਪੂੰਜੀ ਰੁਕ ਜਾਂਦੀ ਹੈ। ਕੌਣ ਪੜ੍ਹਦਾ ਹੈ ਗੁਰਬਾਣੀ ਜਾਂ ਉੱਤਮ ਲੇਖਣੀਆਂ ਨੂੰ? ਇਸ ਤਰ੍ਹਾਂ ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹ ਕੇ ਜਾਂ ਫਿਰ ਸੁਣਨਾ, ਉਹਨਾਂ ਨਾਲ ਵਿਚਾਰ ਕਰਨਾ ਤੇ ਉਹਨਾਂ ਦਾ ਅਸਰ ਲੈਣਾ ਹੀ ਸਾਡੇ ਮਨ ਦਾ ਲਿਖਤਾਂ ਨਾਲ ਸੰਗਤ ਜਾਂ ਕੁਸੰਗਤ ਕਰਨੀ ਹੈ, ਜਿਸ ਦਾ ਅਸਰ ਅਤ ਡੂੰਘਾ, ਤੀਬਰ, ਤੀਖਣ ਅਤੇ ਸ਼ਕਤੀਮਾਨ ਹੁੰਦਾ ਹੈ। ਇਸ ਲਈ ਨੀਵੀਂ ਰੰਗਣ ਵਾਲੀਆਂ ਕਿਤਾਬਾਂ ਜਾਂ ਪਰਚਿਆਂ ਦੀ ਬਜਾਏ ਉੱਚੀਆਂ ਧਾਰਮਿਕ ਕਿਤਾਬਾਂ ਜਾਂ ਗੁਰਬਾਣੀ ਪੜ੍ਹਨ ਦੀ ਲੋੜ ਹੈ। ਹਰ ਗੁਣ ਪੜ੍ਹੀਐ, ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਸੋ ਜਿੱਥੇ ਅਸੀਂ ਲੋਕਾਂ ਦੀ ਸ਼ਖਸੀ ਕੁਸੰਗਤ ਤੋਂ ਬਚਣਾ ਹੈ, ਉੱਥੇ ਕਿਤਾਬੀ ਕੁਸੰਗਤ ਤੋਂ ਬਚਣਾ ਹੈ। ਇਹ ਗੰਦੇ ਨਾਵਲ, ਮੈਗਜ਼ੀਨ ਸਾਡੇ ਮਨ ਨੂੰ ਬਹੁਤ ਮਲੀਨ ਕਰ ਦਿੰਦੇ ਹਨ। ਸੋ ਇਸ ਤੋਂ ਇਲਾਵਾ ਇਸ ਦੀ ਜਗ੍ਹਾ ਅਸੀਂ ਸੋਹਣੀਆਂ ਗੁਰਮੁਖ ਪਿਆਰੀਆਂ ਦੀਆਂ ਲੇਖਣੀਆਂ ਜਾਂ ਗੁਰਬਾਣੀ ਦਾ ਅਭਿਆਸ ਕਰੀਏ। ਤੀਸਰਾ, ਭੜਕਾਊ ਸੰਗਤ ਜਿਵੇਂ ਸਿਨੇਮਾ, ਨਾਚ, ਮੁਜਰੇ ਅਤੇ ਜੀਭ ਜਾਂ ਕੰਨ ਦੇ ਸਵਾਦ ਆਦਿ। ਆਨ ਰਸਾ ਜੇਤੇ ਤੈ ਚਾਖੇ, ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ। ਜੇਤੇ ਰਸ ਸਰੀਰ ਕੇ, ਤੇਤੇ ਲੱਗੇ ਦੁੱਖ। ਇਸ ਬਾਬਤ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੁਆਰਾ ਇਉਂ ਉਪਦੇਸ਼ ਦਿੱਤੇ ਹਨ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਸੋ ਉਹ ਜਿਹਾ ਖਾਣਾ ਨਾ ਖਾਈਏ ਜਿਹਦੇ ਕਰਕੇ ਮਨ ਵਿੱਚ ਵਿਕਾਰ ਚੱਲਣ ਤੇ ਸਰੀਰ ਰੋਗੀ ਹੋਵੇ। ਉਹ ਜਿਹਾ ਪਹਿਰਾਵਾ ਵੀ ਨਾ ਪਹਿਨੀਏ ਜਿਹਦੇ ਨਾਲ ਮਨ ਵਿੱਚ ਵਿਕਾਰ ਪੈਦਾ ਹੋਣ ਤੇ ਸਰੀਰ ਵੀ ਔਖਾ ਹੋਵੇ। ਨਾਲ ਹੀ ਖਾਣਾ ਪੈਣਾ ਤਾਂ ਆਪਣਾ ਸੰਤੁਲਨ ਵਿੱਚ ਕਰਨਾ ਹੈ। ਇਸ ਦੇ ਨਾਲ ਹੀ ਮਨ ਨੂੰ ਨੀਵੀਂ ਰੁਚੀ ਵਾਲੇ, ਪ੍ਰੇਰਨ ਵਾਲੇ ਦ੍ਰਿਸ਼ ਜਿਵੇਂ ਕਿ ਸਿਨੇਮਾ, ਟੀਵੀ ਆਦਿ ਤੋਂ ਪਰਹੇਜ਼ ਕਰਨਾ ਬਹੁਤ ਜ਼ਰੂਰੀ ਹੈ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਾਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਚੌਥਾ, ਪਿਛਲੀਆਂ ਯਾਦਾਂ ਦੀ ਸੰਗਤ। ਬੁੱਧੀ ਦੀ ਤਹਿ ਵਿੱਚ ਉਤਰੇ ਹੋਏ ਪਿਛਲੇ ਸੰਕਲਪ ਵਿਕਲਪ। ਨੀਵੀਆਂ ਰੁਚੀਆਂ ਵਾਲੀ ਸੰਗਤ ਦੀ ਜਦ ਸਾਨੂੰ ਪਰਖ ਹੋ ਜਾਵੇ ਤਾਂ ਹੀ ਅਸੀਂ ਆਪਣੇ ਮਨ ਨੂੰ ਨੀਵੀਆਂ ਰੁਚੀਆਂ ਤੋਂ ਰੋਕ ਕੇ ਉੱਤਮ ਤੇ ਉਚੇਰੀ ਸੰਗਤ ਵੱਲ ਪ੍ਰੇਰ ਸਕਦੇ ਹਾਂ। ਇਹੋ ਹੀ ਸਭ ਤੋਂ ਪਹਿਲੀ ਜ਼ਰੂਰੀ ਤੇ ਔਖੀ ਖੇਲ ਹੈ, ਜੋ ਕਿ ਉੱਤਮ ਪੁਰਸ਼ਾਂ ਦੀ ਅਗਵਾਈ ਤੇ ਸਹਾਇਤਾ ਬਗੈਰ ਅਤ ਔਖੀ ਹੈ, ਕਿਉਂਕਿ ਮਨ ਤਾਂ ਆਪਣੀ ਰੁਚੀ ਅਨੁਸਾਰ ਮਾਇਕੀ ਖਿੱਚ ਦੁਆਰਾ ਸਹਿਜੇ ਹੀ ਹੇਠਾਂ ਨੂੰ ਖਿੱਚੀਂਦਾ ਜਾ ਰਿਹਾ ਹੈ। ਸੋ ਜਦ ਕਦੇ ਵੀ ਪੁਰਾਣੀਆਂ ਨੀਵੀਆਂ ਯਾਦਾਂ ਉੱਠਣ ਤਾਂ ਉਸੇ ਵੇਲੇ ਫੌਰਨ ਉਹਨਾਂ ਨੂੰ ਭੁਲਾਉਣਾ ਜਾਂ ਬਦਲ ਕੇ ਉਚੇਰੇ ਚੰਗੇਰੇ ਰੁਝੇਵੇਂ ਵੱਲ ਲਾਉਣਾ ਸੌਖਾ ਸਾਧਨ ਹੈ। ਜੇ ਉਦਮ ਦ੍ਰਿੜਤਾ ਨਾਲ ਫੌਰਨ ਨਾ ਕੀਤਾ ਜਾਵੇ ਤਾਂ ਉਹ ਰੁਚੀ ਮੁੜ ਆਪਣੇ ਪੁਰਾਣੇ ਵਹਿਣ ਵੱਲ ਵਹਿ ਤੁਰੇਗੀ। ਧਿਆਨ ਦੇਣਾ ਜੀ, ਪਿਛਲੇ ਯਾਦਾਂ ਦੇ ਜਿਹੜੇ ਸੰਕਲਪ ਵਿਕਲਪ ਹਨ, ਇਹਨਾਂ ਤੋਂ ਕਿਵੇਂ ਬਚਣਾ ਹੈ ਕਿ ਜਦੋਂ ਵੀ ਕੋਈ ਮਾੜਾ ਖਿਆਲ ਆਇਆ ਫੌਰਨ ਉਸੇ ਵੇਲੇ ਆਪਣੇ ਮਨ ਨੂੰ ਕਿਸੇ ਹੋਰ ਪਾਸੇ ਰੁਝਾ ਦਿਓ, ਗੁਰਬਾਣੀ ਵੱਲ, ਸੰਗਤ ਵੱਲ, ਕੀਰਤਨ ਵੱਲ, ਕਿਸੇ ਹੋਰ ਰੁਝੇਵੇਂ ਵੱਲ। ਕਿ ਜੇ 5-6 ਸਕਿੰਟ ਵੀ ਉਹਨੂੰ ਛੱਡ ਦਿੱਤਾ ਉਸ ਰੁਚੀ ਨੂੰ, ਬਸ ਉਹ ਫਿਰ ਉਸਦੇ ਵਹਿਣ ਵਿੱਚ ਰੁੜ ਪਾਵਾਂਗੇ। ਇਸ ਤਰ੍ਹਾਂ ਉਹ ਰੁਚੀ ਹੋਰ ਪ੍ਰਬਲ ਹੋ ਜਾਵੇਗੀ। ਦੂਜੇ ਲਫ਼ਜ਼ਾਂ ਵਿੱਚ ਮਨ ਦੇ ਸਾਹਮਣੇ ਨੀਵੀਆਂ ਯਾਦਾਂ ਆਉਣ ਤਾਂ ਫੌਰਨ ਤੋਂ ਪਾਓ ਉਸੇ ਸੈਕਿੰਡ
ਉਸ ਦੀ ਥਾਂ ਚੰਗੇਰੇ ਖਿਆਲਾਂ ਦੀ ਯਾਦ ਪੇਸ਼ ਕੀਤੀ ਜਾਵੇ ਤੇ ਮਨ ਨੂੰ ਉਚੇਰੀ ਤੇ ਚੰਗੇਰੀ ਸੇਧ ਦਿੱਤੀ ਜਾਵੇ। ਦ੍ਰਿੜ ਹੋਏ ਖਿਆਲਾਂ ਨੂੰ ਦਬਾਉਣਾ ਜਾਂ ਮਿਟਾਉਣਾ ਔਖਾ ਹੈ, ਮਿਟਾ ਤਾਂ ਸਕਦੇ ਨਹੀਂ, ਪਰ ਉਸ ਨੂੰ ਉਚੇਰੀ ਤੇ ਚੰਗੇਰੀ ਸੇਧ ਵੱਲ ਪ੍ਰੇਰਨਾ ਤੇ ਬਦਲਣਾ ਸੌਖਾ ਹੈ, ਰੰਗਤ ਚਾੜ ਦੇਣੀ ਹੈ। ਸਾਡੇ ਮਨ ਦੇ ਖਿਆਲਾਂ ਦੇ ਬਣਨ ਦੇ ਸਾਧਨਾਂ ਵਿੱਚ ਅਭਿਆਸ ਜ਼ਰੂਰੀ ਅੰਗ ਹੈ, ਕਿਉਂਕਿ ਹੁਣ ਤਾਈਂ ਜੋ ਸਾਡੀਆਂ ਆਦਤਾਂ ਜਾਂ ਆਚਰਣ ਬਣਿਆ ਹੈ ਉਹ ਸਾਡੇ ਲਗਾਤਾਰ ਅਭਿਆਸ ਦਾ ਹੀ ਨਤੀਜਾ ਹੈ ਤੇ ਇਸ ਨੂੰ ਬਦਲਣ ਲਈ ਵੀ ਦ੍ਰਿੜਤਾ ਨਾਲ ਲਗਾਤਾਰ ਅਭਿਆਸ ਦੀ ਲੋੜ ਹੈ। 1-2 ਦਿਨ 10-12 ਦਿਨ ਦਾ ਕੰਮ ਨਹੀਂ, ਇਹ ਜ਼ਿਆਦਾ ਅਭਿਆਸ ਕਰਨਾ ਪਵੇਗਾ ਜੇ ਆਪਣੇ ਆਚਰਣ ਨੂੰ ਉੱਚਾ ਬਣਾਉਣਾ ਹੈ। ਖਿਆਲਾਂ ਤੇ ਖਿਆਲਾਂ ਤੋਂ ਉਪਜੇ ਕਰਮਾਂ ਦੇ ਦੁਹਰਾਵਣ ਅਥਵਾ ਅਭਿਆਸ ਨਾਲ ਹੀ ਖਿਆਲਾਂ ਨੂੰ ਸ਼ਕਤੀ ਮਿਲਦੀ ਹੈ। ਇਸ ਲਈ ਅਭਿਆਸ ਦੀ ਬਾਬਤ ਡੂੰਘੀ ਵਿਚਾਰ ਕਰਨੀ ਜ਼ਰੂਰੀ ਹੈ ਤੇ ਇਸ ਵਿਸ਼ੇ ਦੀ ਬਾਬਤ ਕਿਸੇ ਮਹਾਂਪੁਰਖ ਨੇ ਅੰਗਰੇਜ਼ੀ ਵਿੱਚ ਕੁਝ ਵਿਚਾਰ ਪੇਸ਼ ਕੀਤੇ ਹਨ, ਜਿਨ੍ਹਾਂ ਦਾ ਕਿ ਪੰਜਾਬੀ ਵਿੱਚ ਉਲੱਥਾ ਇੱਥੇ ਕੀਤਾ ਜਾਂਦਾ ਹੈ ਕਿ ਸਾਡੇ ਮਨ ਦੀ ਬਾਹਰਮੁਖੀ ਸੰਗਤ ਦਾ ਅਸਰ ਸਾਡੇ ਦਿਮਾਗ ਦੇ ਹਜ਼ਾਰਾਂ ਅਣੂਆਂ ਉੱਤੇ ਡੂੰਘਾ ਤੇ ਪੱਕਾ ਉਕਰਿਆ ਜਾਂਦਾ ਹੈ। ਇਹ ਦਿਮਾਗੀ ਸੂਖਮ ਰੰਗਤ ਸਾਡੇ ਮਨ ਵਿੱਚ ਪੱਕੀ ਹੁੰਦੀ ਜਾਂਦੀ ਹੈ। ਇਹਨਾਂ ਦੇ ਸਮੁੱਚੇ ਅਸਰ ਨੂੰ ਹੀ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਜਿਹੜੀ ਕਿਰਿਆ ਅਸੀਂ ਇੱਕ ਵਾਰੀ ਕਰਦੇ ਹਾਂ ਉਹੀ ਕਿਰਿਆ ਦੂਜੀ ਵਾਰੀ ਕਰਨ ਵਿੱਚ ਆਸਾਨ ਤੇ ਸਹਾਇਕ ਹੋ ਜਾਂਦੀ ਹੈ, ਕਿਉਂਕਿ ਸਾਡੀ ਦਿਮਾਗੀ ਬਿਜਲੀ ਦੇ ਕਰੰਟ ਦੁਆਰਾ ਸਾਡੇ ਮਨ ਅਤੇ ਦਿਮਾਗ ਦੇ ਕੈਸਟ ਉੱਤੇ ਖਿਆਲ ਜਾਂ ਕਿਰਿਆ ਉਕਰੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਦਿਮਾਗ ਦੇ ਅਣੂਆਂ ਉੱਤੇ ਉਹ ਜੇ ਖਿਆਲਾਂ ਦਾ ਨਿਸ਼ਾਨ ਪੈਂਦਾ ਹੈ ਤੇ ਉਸੇ ਤਰ੍ਹਾਂ ਅਗਲੇਰੇ ਖਿਆਲ ਲਈ ਰਾਹ ਬਣ ਜਾਂਦਾ ਹੈ। ਇਸੇ ਅਸੂਲ ਅਨੁਸਾਰ ਜਿੰਨੀ ਵਾਰੀ ਅਸੀਂ ਕਿਸੇ ਕਿਰਿਆ ਨੂੰ ਮੁੜ-ਮੁੜ ਕਰੀ ਜਾਵਾਂਗੇ ਉਤਨਾ ਹੀ ਉਸ ਕਿਰਿਆ ਦਾ ਅਸਰ ਸਾਡੇ ਦਿਮਾਗ, ਮਨ ਅਤੇ ਸਰੀਰ ਉੱਤੇ ਡੂੰਘਾ ਉਤਰਦਾ ਜਾਂਦਾ ਹੈ ਤੇ ਅਗਲੇਰੀ ਕਿਰਿਆ ਨੂੰ ਸੌਖਾ ਤੇ ਆਪ ਮੁਹਾਰਾ ਬਣਾਈ ਜਾਂਦਾ ਹੈ। ਸਮਾਂ ਪਾ ਕੇ ਅਸੀਂ ਜੋ ਆਪਣੇ ਚੰਗੇ ਜਾਂ ਮਾੜੇ ਆਚਰਣ ਦੇ ਲੇਖ ਬਣਾ ਰਹੇ ਹਾਂ ਫਿਰ ਉਹਨਾਂ ਨੂੰ ਮੇਟਣਾ ਕਠਿਨ ਹੋ ਜਾਂਦਾ ਹੈ। ਜਿਹੜੀ ਕਿਰਿਆ ਇੱਕ ਵਾਰੀ ਕਰਦੇ ਹਾਂ ਉਹ ਦੂਜੀ ਵਾਰੀ ਆਸਾਨ ਹੋ ਜਾਂਦੀ ਹੈ ਕਰਨ ਵਿੱਚ। ਫਿਰ ਜਦੋਂ ਦੂਜੀ ਵਾਰੀ ਦੁਹਰਾਉਂਦੇ ਹਾਂ, ਤੀਜੀ ਵਾਰੀ, ਫਿਰ ਉਹ ਆਦਤ ਬਣ ਗਈ, ਫਿਰ ਉਸ ਨੂੰ ਮੇਟਣਾ ਕਠਿਨ ਹੋ ਜਾਂਦਾ ਹੈ। ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਆਪਣੀ ਅਮਿਟ ਰੰਗਤ ਜਾਂ ਦਾਗ ਸਾਡੇ ਮਨ ਤੇ ਛੱਡ ਜਾਂਦੇ ਹਨ। ਇਸ ਤਰ੍ਹਾਂ ਸਾਡਾ ਕੋਈ ਖਿਆਲ ਜਾਂ ਕਰਮ ਕਦਾਚਿਤ ਅਜਾਈ ਨਹੀਂ ਜਾਂਦਾ ਤੇ ਉਸ ਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੇਲੇ ਕਿਸੇ ਹਾਲਤ ਵਿੱਚ ਭੁਗਤਣਾ ਹੀ ਪੈਂਦਾ ਹੈ। ਕੋਈ ਮਾੜਾ ਜਿਹਾ ਖਿਆਲ ਸੋਚਿਆ, ਕਿਸੇ ਨਾਲ ਰੋਸ ਦਾ ਜਾਂ ਕੋਈ ਬੁਰਾ ਖਿਆਲ, ਕਿ ਅਸੀਂ ਸੋਚਿਆ ਨਿੱਕਾ ਜਿਹਾ ਖਿਆਲ ਹੈ ਮਨ ਵਿੱਚ ਆਇਆ, ਕਰਮ ਤਾਂ ਕੀਤਾ ਨਹੀਂ, ਇਸ ਤੋਂ ਬਚ ਜਾਵਾਂਗੇ, ਪਰ ਨਹੀਂ, ਉਸ ਦਾ ਨਤੀਜਾ ਭੁਗਤਣਾ ਪੈਂਦਾ ਹੈ, ਭਾਵੇਂ ਉਸੇ ਵੇਲੇ ਜਾਂ ਭਾਵੇਂ ਸਮਾਂ ਪਾ ਕੇ। ਕੋਈ ਵੀ ਸਾਡਾ ਛੋਟੇ ਤੋਂ ਛੋਟਾ ਖਿਆਲ ਵੀ ਅਜਾਈ ਨਹੀਂ ਜਾਂਦਾ। ਭਾਵੇਂ ਸ਼ਰਾਬੀ ਹਰ ਵਾਰੀ ਇਹ ਕਹਿ ਕੇ ਆਪਣੇ ਮਨ ਨੂੰ ਧੋਖਾ ਦਿੰਦਾ ਹੈ ਕਿ ਚਲੋ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਣਾ ਹੈ, ਪਰ ਉਸ ਦੇ ਮਨ ਦੀ ਝੂਠੀ ਤਸੱਲੀ ਦੇ ਬਾਵਜੂਦ ਹਰ ਇੱਕ ਪਿਆਲੇ ਦਾ ਅਸਰ ਉਸ ਦੀਆਂ ਨਸਾਂ ਤੇ ਰਗੋ ਰੇਸ਼ੇ ਤੇ ਆਪਣਾ ਅਮਿਟ ਤੇ ਡੂੰਘਾ ਅਸਰ ਛੱਡ ਜਾਂਦਾ ਹੈ। ਇਹ ਭੈੜਾ ਅਸਰ ਉਸ ਦੀ ਅਗਲੇਰੀ ਰੁਚੀ ਜਗਾਉਣ ਵਿੱਚ ਪ੍ਰੇਰਕ ਤੇ ਸਹਾਇਕ ਬਣ ਕੇ ਉਸ ਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਫਿਰ ਉਹ ਮੁਕਾਬਲਾ ਨਹੀਂ ਕਰ ਸਕਦਾ, ਕਹਿੰਦਾ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਂਦਾ ਹੈ, ਪਰ ਉਸ ਦੀ ਰੁਚੀ ਹੋਰ ਪ੍ਰਬਲ ਹੋ ਗਈ। ਜਦੋਂ ਫਿਰ ਕਿਸੇ ਸ਼ਰਾਬੀ ਦੀ ਸੰਗਤ ਦੂਰੋਂ ਦੇਖਦਾ ਹੈ ਫਿਰ ਦੌੜ ਪੈਂਦਾ ਹੈ ਸ਼ਰਾਬ ਪੀਣ। ਸੋ ਉਸ ਦੀ ਅਗਲੇਰੀ ਰੁਚੀ ਨੂੰ ਜਗਾਉਣ ਲਈ ਉਹ ਸਹਾਇਕ ਬਣਦਾ ਹੈ, ਉਹ ਜਿਹੜਾ ਕਰਮ ਉਹ ਦੁਬਾਰਾ ਕਰਦਾ ਹੈ। ਇਸ ਤਰ੍ਹਾਂ ਉਸ ਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਇੱਕ ਹੋਰ ਉਦਾਹਰਣ ਨਾਲ ਇਹ ਨੁਕਤਾ ਸੌਖਾ ਸਮਝਿਆ ਜਾ ਸਕਦਾ ਹੈ ਕਿ ਜ਼ਮੀਨ ਤੇ ਪਾਣੀ ਡੋਲਣ ਨਾਲ ਤੇ ਪਾਣੀ ਦੀ ਰੋੜ ਨਾਲ ਕੋਈ ਰਾਹ ਬਣ ਜਾਂਦਾ ਹੈ, ਪਾਣੀ ਆਪਣਾ ਰਸਤਾ ਬਣਾ ਲੈਂਦੀ ਹੈ। ਦੂਜੀ ਵਾਰੀ ਉੱਥੇ ਪਾਣੀ ਡੋਲਣ ਨਾਲ ਪਹਿਲਾ ਬਣੀ ਨਾਲੀ ਥਾਣੀ ਹੀ ਪਾਣੀ ਰੁੜੇਗਾ ਤੇ ਹਰ ਵਾਰੀ ਰੋੜ ਨਾਲ ਉਹ ਨਾਲੀ ਚੌੜੀ ਤੇ ਡੂੰਘੀ ਹੁੰਦੀ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਹਰ ਇੱਕ ਖਿਆਲ ਜਾਂ ਕਰਮ ਆਪਣੇ ਵਹਿਣ ਲਈ ਸਾਡੇ ਮਨ ਵਿੱਚ ਰਾਹ ਜਾਂ ਨਾਲੀ ਅਥਵਾ ਆਦਤ ਬਣਾਉਂਦੇ ਹਨ। ਫਿਰ ਕੁਝ ਸਮਾਂ ਪਾ ਕੇ ਇਹਨਾਂ ਖਿਆਲਾਂ ਦੇ ਕਰਮਾਂ ਦੀ ਰੰਗਤ ਨਾਲ ਸਾਡੇ ਆਚਾਰ ਦਾ ਰੂਪ ਰੰਗ ਤਾਰ ਲੈਂਦਾ ਹੈ ਅਤੇ ਸਹਿਜ ਸੁਭਾਏ ਅਣਜਾਣੇ ਹੀ ਸਾਡੇ ਆਚਾਰ ਦੀ ਰੰਗਤ ਦੀ ਝਲਕ ਸਾਡੀ ਹਰ ਸੋਚਣੀ ਤੇ ਕਰਮਾਂ ਦੁਆਰਾ ਆਪ ਮੁਹਾਰੇ ਪ੍ਰਗਟ ਹੋਣ ਲੱਗ ਪੈਂਦੀ ਹੈ। ਇਉਂ ਅਸੀਂ ਆਪਣੇ ਖਿਆਲਾਂ ਤੇ ਕਰਮਾਂ ਦਾ ਸਰੂਪ ਤਾਰ ਲੈਂਦੇ ਹਾਂ, ਜਿਸ ਨੂੰ ਸ਼ਖਸੀਅਤ ਕਿਹਾ ਜਾਂਦਾ ਹੈ। ਸੋ ਉੱਪਰਲੀ ਸਾਰੀ ਵਿਚਾਰ ਤ੍ਰੈ ਗੁਣਾਂ ਦੇ ਦਾਇਰੇ ਅਥਵਾ ਮਾਇਕੀ ਸੰਸਾਰ ਵਿੱਚ ਸਾਡੇ ਮਨ ਦੇ ਖਿਆਲਾਂ ਦੀ ਖੇਲ ਹੈ। ਸੋ ਇੱਥੋਂ ਤੱਕ ਤਾਂ ਇਹ ਸਾਡੇ ਮਨ ਦੇ ਖਿਆਲ ਸਨ। ਇੱਥੇ ਅਸੀਂ ਇਹੀ ਸੇਧ ਲਿੱਤੀ ਕਿ ਕੋਈ ਵੀ ਕਰਮ ਦੁਬਾਰਾ ਕੁਸੰਗਤ ਦਾ ਨਹੀਂ ਦੁਹਰਾਉਣਾ, ਕਿਉਂਕਿ ਹਰ ਇੱਕ ਕਰਮ ਫਿਰ ਸਾਡੀ ਆਦਤ ਨੂੰ ਹੋਰ ਪਕਾ ਦੇਵੇਗਾ। ਨਾ ਸ਼ਖਸੀ ਕੁਸੰਗਤ ਕਰਨੀ ਹੈ, ਨਾ ਕਿਤਾਬੀ ਕੁਸੰਗਤ ਕਰਨੀ ਹੈ, ਨਾ ਖਾਣਾ ਗਲਤ ਖਾਣਾ ਹੈ, ਨਾ ਪਹਿਰਾਵਾ
विकारां वाला पहनना है, ना सिनेमा टीवी वगैरह देखना है, ना ही पिछलियां यादां दी कुसंगत नूं दोहरावना है। हुण आपां देखिए कि गुरबाणी किस कैरेक्टर दी महत्ता दसदी है। हुण आपां गुरबाणी दी रोशनी विच इस विषय दी विचार करन दा उपराला करना है। गुरबाणी अनुसार आचार नूं इउं बयान कीता गया है, सचो ओरे सब को ऊपर सच आचार, सिमरत नाम पूरन आचार, नाम हमारे सगल आचार। किसी चीज की कदर कीमत उसकी हस्ती विच होंदी है, पर जद उसका प्रगटावा या प्रकाश होंदा है तो उसकी कदर कीमत होर भी वध जाती है। उदाहरण के तौर पर बिजली बैटरी विच सुन शक्ल विच बंद होंदी है, पर जद ओही बिजली हरकत विच आउंदी है तो प्रकाश द्वारा साड़ी सेवा करती है, तो उसके उपयोग नाल उसकी कदर कीमत वध जाती है। इसे तरह सच रबी गुण है ते होर अनेकां रबी गुणां तो श्रेष्ठ है। जद ये सच हरकत विच आके प्रगट हो जाता है किसी की शख्सियत द्वारा, किसी के आचार द्वारा, तो सच की पूर्णता होंदी है तो इसकी कदर कीमत वध जाती है। तदे गुरबाणी विच सच आचार नूं सच नालों भी उच्चा दर्शाया गया है। जिस तरह के फुल्लां दा आचार सुगंधी है, लकड़ी दा आचार अग है, पानी दा आचार ठंड है, सूरज दा आचार गर्मी है, चंद दा आचार ठंडी रोशनी है, प्रीत दा आचार खिच है, प्यार दा आचार लाड है, ते प्रेम दा आचार है आपा वारन। सो ये देख लिया कि गुरबाणी विच सब तो उत्तम जड़ा है आचार वो सच आचार है। ये सच आचार वाला अपना शख्सियत या अपने कैरेक्टर नूं सच आचार वाला किवें बना सकते हाँ, आओ देखिए। इस लेख के शुरू विच ये दसण की कोशिश की गई सी कि साडे आचरण के मुढ़ले कारण साडे ख्यालां तो बने कर्म, संगत अते कर्मां दा अभ्यास है। पिछले संस्कार अते हुण दे वातावरण की संगत का समुचा असर साडे जीवन का तुरा है। ये बड़ा जरूरी नुकता है। पिछले संस्कार अते हुण दे वातावरण की संगत का समुचा असर साडे जीवन का तुरा है। किवें असी देखिया कि ख्यालां दे दौरान नाल साडा कैरेक्टर बनता है, पर ख्याल अपना असर संगत तो लैंदे हन। सो साडा मन तां सारा दिन अपने संस्कारां दी संगत करता है, क्योंकि संस्कार साडे अंदरों हन, हर सेकंड अपनी हवाड़ छोड़ता है। दूसरा, जिहो जे समाज, जिहो जे माहौल, जिहो जे वातावरण च रहिंदे हां उसका असर मन लैंदा है, उसकी संगत का असर पैंदा है। ये दो तरह की संगत असी सब तो ज्यादा करते हाँ, अपने समाज की, अपने वातावरण, अपने माहौल की ते अपने संस्कारां दी। इस करके लिखा है कि साडे संस्कार ते हुण दे वातावरण की संगत का समुचा असर साडे जीवन का तुरा है, जिस दे दुआले साडे ख्याल, कर्म, आदतां ते आचार घूम रहे हैं। सो संगत दे चंगे माड़े का निर्णय भी साडे संस्कारां द्वारा बड़ी हुई कसवटी नाल ही कीता जांदा है ते उसे रंगत दे प्रायण ही ख्याल पुजदे ते कर्म कीते जांदे हैं। पिछले संस्कार तां साडे वस विच नहीं आन, पर वातावरण तो संगत का निर्णय करना ते उस चुनौती ते अमल करके अपने जीवन नूं सेध देनी साडे वस विच है। इस निर्णय अते चुनौती का आधार त्रै गुणां दे दायरे अंदर साडे होमे दे अधीन संस्कारां ते वातावरण की संगत है। सो अपने आचरण नूं सच आचरण बनाउण लई साडे वस विच इक्को ही गल है, ओ कि अपनी संगत का निर्णय करना ते अपने जीवन नूं नवीं जीवन सेध देनी कि किहड़ी संगत आपां करनी है। हुण असी देख लिया कि जे असी निर्णय करांगे तो साडे मन उत्ते फिर असर पएगा साडे संस्कारां दा ते साडे वातावरण दा। जे संस्कारां अनुसार असी निर्णय करदे हां अपनी संगत दा, तो संस्कारां दी रुचि तो मलीन मायकी रंगत वाली है। वो जे अपनी निर्णय शक्ति बना लवांगे फिर साडी मायकी रंगत होर दृढ़ होएगी। सो संस्कार अनुसार असी जे निर्णय करांगे तो गलत होवेगा। हुण असी अपने वातावरण नूं देखिए, जे वातावरण असी अनुसार असी निर्णय करते हाँ, साडा वातावरण किहो जिहा है। भिन्न भिन्न देशां दे धर्मां विच वातावरण अते पुरानी संस्कृति अनुसार किस्म किस्म दे रिवाज अते अकीदे प्रचलित हन। किसी एक देश या धर्म विच जिहड़ी चंगी गल समझी जाती है वो दूजे देश या धर्म विच माड़ी या नीवी समझी जाती है। इसे तरह जमाने नाल भी ख्यालां दे चंगे माड़े अते उच्चे नीवें दा निर्णय ते कदर कीमत भी बदलते रहंदे हन।
ਜਿਸ ਕਾਰਨ ਭਿੰਨ-ਭਿੰਨ ਦੇਸ਼ਾਂ, ਧਰਮਾਂ ਤੇ ਇਨਸਾਨਾਂ ਦੇ ਆਪਸ ਵਿੱਚ ਮਤਭੇਦ, ਵਾਦ ਵਿਵਾਦ ਤੇ ਝਗੜੇ ਹੁੰਦੇ ਰਹਿੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੇ ਖਿਆਲਾਂ ਦਾ ਨਿਰਣਾ ਅਤੇ ਸੰਗਤ ਦੀ ਚੁਣੌਤੀ ਤ੍ਰੈ ਗੁਣਾ ਦੇ ਬਦਲਦੇ ਵਾਤਾਵਰਣ ਉੱਤੇ ਨਿਰਭਰ ਹੈ, ਜਿਸ ਦੀ ਕੋਈ ਬੁਨਿਆਦ ਨਹੀਂ ਤੇ ਨਾ ਹੀ ਪਕਿਆਈ। ਇਹ ਸਿਰਫ ਸਾਡੇ ਮਨੋਕਲਪਤ ਅਲਪਗ ਬਦਲਵੇਂ ਮਨ ਘੜਤ ਖਿਆਲਾਂ ਦਾ ਹੀ ਨਤੀਜਾ ਹੈ। ਇਸ ਲਈ ਸਾਡਾ ਨਿਰਣਾ, ਚੁਣੌਤੀ, ਕਸਵੱਟੀ, ਨਿਰਮੂਲ, ਗਲਤ, ਅਧੂਰੀ, ਗੰਦਲੀ, ਨੀਵੀਂ, ਬਦਲਵੀਂ, ਅਲਪਗ, ਸ਼ਕਤੀਹੀਣ, ਹਾਨੀਕਾਰਕ ਹੋ ਸਕਦੀ ਹੈ। ਸਾਡੇ ਦੁਆਲੇ ਤ੍ਰੈਗੁਣੀ ਦੁਨੀਆ ਵਿੱਚ ਮਾਇਕੀ ਵਾਤਾਵਰਣ ਦਾ ਡਾਢਾ ਬੋਲਬਾਲਾ ਹੈ, ਜਿਸ ਦਾ ਸਾਡੇ ਮਨ, ਬੁੱਧੀ, ਖਿਆਲਾਂ ਤੇ ਕਰਮਾਂ ਉਤੇ ਪਿਛਾਂ ਖਿੱਚੂ ਅਸਰ ਹੋਣਾ ਲਾਜ਼ਮੀ ਹੈ। ਅਸੀਂ ਜੋ ਕੁਝ ਕਰਦੇ ਹਾਂ ਸਭ ਹਉਮੈ ਦੇ ਅਧੀਨ ਮਨ ਦੀ ਮਤ ਨਾਲ ਕਰਦੇ ਹਾਂ। ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਸੋ ਵਾਤਾਵਰਣ ਵੀ ਸਾਡਾ ਜਿਹੜਾ ਹੈ, ਇਹ ਸਮਾਜ ਦਾ ਦਾਇਰਾ, ਇਹ ਆਂਢ ਗੁਆਂਢ, ਇਹ ਸਾਡਾ ਮਾਹੌਲ, ਇਹ ਵੀ ਇੱਕ ਤਾਂ ਬਦਲਵਾ ਹੈ, ਹਰ ਸੈਕਿੰਡ ਬਦਲਦਾ ਰਹਿੰਦਾ ਹੈ। ਦੂਸਰਾ ਇਸ ਦਾ ਅਸਰ ਪਿਛਾਂ ਖਿੱਚੂ ਹੈ, ਸਾਨੂੰ ਮਾਇਆ ਵੱਲ ਜ਼ਿਆਦਾ ਖਿੱਚਦਾ ਹੈ, ਅਗਾਂਹ ਨਹੀਂ ਤੋਰਦਾ। ਸੋ ਜੇ ਵਾਤਾਵਰਣ ਅਨੁਸਾਰ ਵੀ ਅਸੀਂ ਨਿਰਣਾ ਕਰਦੇ ਹਾਂ, ਆਪਣੀ ਚੁਣੌਤੀ ਜਾਂ ਜੀਵਨ ਸਿਹਤ ਬਣਾਉਂਦੇ ਹਾਂ, ਇਹ ਵੀ ਅਲਪਗ, ਸ਼ਕਤੀਹੀਣ ਤੇ ਹਾਨੀਕਾਰਕ ਹੋ ਸਕਦੀ ਹੈ। ਸੰਸਕਾਰਾਂ ਦੇ ਅਸਰ ਤੇ ਵੀ ਗਲਤ ਹੋ ਸਕਦਾ ਹੈ ਤੇ ਵਾਤਾਵਰਣ ਦਾ ਵੀ। ਸੋ ਇੱਥੇ ਫਿਰ ਇੱਕ ਹੋਰ ਗੱਲ ਸਾਡੇ ਸਾਹਮਣੇ ਆ ਗਈ, ਉਹ ਇਹ ਕਿ ਨਿਰਣਾ ਸ਼ਕਤੀ ਤੋਂ ਇਲਾਵਾ ਸਾਨੂੰ ਇੱਕ ਹੋਰ ਖਿਆਲਾਂ ਦੀ ਸ਼ਕਤੀ ਵੀ ਚਾਹੀਦੀ ਹੈ ਕਿ ਸਾਡੇ ਸੰਸਕਾਰਾਂ ਤੇ ਵਾਤਾਵਰਣ ਦਾ ਅਸਰ ਸਾਡੇ ਮਨ ਤੇ ਨਾ ਹੋਵੇ। ਸੋ ਇੱਕ ਤਾਂ ਆਪਣੀ ਜੀਵਨ ਸਿਹਤ ਬਣਾਉਣੀ ਹੈ, ਦੂਸਰਾ ਮਨ ਦੇ ਖਿਆਲਾਂ ਨੂੰ ਸ਼ਕਤੀ ਵੀ ਦੇਣੀ ਹੈ, ਕਿਉਂਕਿ ਜੇ ਇਸ ਦਾ 1% ਵੀ ਅਸਰ ਨਾ ਪਵੇ, ਨਾ ਸਾਡੇ ਵਾਤਾਵਰਣ ਦਾ ਤੇ ਨਾ ਸੰਸਕਾਰਾਂ ਦਾ, ਸੋ ਹੁਣ ਸਵਾਲ ਇਹ ਉੱਠਦਾ ਹੈ ਕਿ ਮਨ ਨੂੰ ਸ਼ਕਤੀ ਕਿੱਥੋਂ ਮਿਲੇ ਤੇ ਫਿਰ ਇਹ ਸਿਹਤ ਕਿੱਥੋਂ ਮਿਲੇ। ਸ਼ਕਤੀ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਸ਼ਕਤੀ ਇਲਾਹੀ ਗੁਣ ਹੈ ਤੇ ਜਿਉਂ-ਜਿਉਂ ਸਾਡੇ ਖਿਆਲਾਂ ਉੱਤੇ ਆਤਮਕ ਰੰਗਤ ਚੜ੍ਹਦੀ ਜਾਂਦੀ ਹੈ, ਤਿਉਂ-ਤਿਉਂ ਦੈਵੀ ਖਿਆਲ ਸੂਖਮ ਅਤੇ ਸ਼ਕਤੀਮਾਨ ਹੁੰਦੇ ਜਾਂਦੇ ਹਨ। ਸੋ ਸਤਿਗੁਰਾਂ ਨੇ ਸਾਡੇ ਅਮੋਲਕ ਜੀਵਨ ਦੀ ਵਾਗਡੋਰ ਤ੍ਰੈ ਗੁਣਾਂ ਦੇ ਦਾਇਰੇ ਵਿੱਚ ਹਉਮੈ ਦੇ ਪ੍ਰਾਇਣ ਵਾਤਾਵਰਣ ਤੇ ਨਹੀਂ ਰੱਖੀ ਤੇ ਮਾਇਕੀ ਰੰਗਤ ਦੇ ਸੰਸਕਾਰਾਂ ਦੇ ਆਸਰੇ ਵੀ ਨਹੀਂ ਛੱਡੀ, ਬਲਕਿ ਗੁਰਬਾਣੀ ਦੀ ਰੋਸ਼ਨੀ ਵਿੱਚ ਉੱਚੀ ਸੁੱਚੀ ਅਪੋਲ ਅਟਲ ਗੁਰਮਤ ਦੀ ਸੇਧ ਅਤੇ ਟੇਕ ਬਖਸ਼ੀ ਹੈ। ਸੋ ਅਸੀਂ ਨਿਰਣਾ ਕਰਨਾ ਹੈ ਗੁਰੂ ਦੀ ਮਤ ਅਨੁਸਾਰ, ਨਾ ਵਾਤਾਵਰਣ ਅਨੁਸਾਰ, ਨਾ ਸੰਸਕਾਰਾਂ ਅਨੁਸਾਰ। ਇਹੀ ਆਚਾਰ, ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ, ਜੋ ਇਹ ਮੰਤਰ ਕਮਾਵੇ ਨਾਨਕ, ਸੋ ਭਉ ਜਲ ਪਾਰ ਉਤਾਰੀ। ਕਰਮ ਧਰਮ ਅਨੇਕ ਕਿਰਿਆ, ਸਭ ਉਪਰ ਨਾਮ ਆਚਾਰ। ਆਚਾਰ ਵਿਵਹਾਰ ਜਾਤ ਅਰ ਗੁਨੀਆਂ, ਮਹਾ ਅਨੰਦ ਕੀਰਤਨ ਹਰ ਸੁਨੀਆਂ। ਗੁਰਬਾਣੀ ਧੁਰੋਂ ਆਈ ਹੈ, ਇਸ ਲਈ ਇਸ ਵਿੱਚ ਗੁਰਮਤ ਦਾ ਪ੍ਰਕਾਸ਼ ਹੈ। ਗੁਰੂ ਦੀ ਮਤ ਅਪੁੱਲ, ਅਟਲ, ਉੱਚੀ ਸੁੱਚੀ, ਨਿਰਮਲ ਅਤੇ ਸੁਖਦਾਈ ਹੈ। ਇਸ ਤਰ੍ਹਾਂ ਸਾਡੇ ਜੀਵਨ ਦੀ ਸੇਧ ਸਤਿਗੁਰਾਂ ਨੇ ਇਲਾਹੀ ਬਾਣੀ ਦੀ ਅਟਲ ਤੇ ਸੱਚੀ ਬੁਨਿਆਦ ਤੇ ਰੱਖੀ ਹੈ। ਸੇਧ ਗੁਰਮਤ ਤੋਂ ਲੈਣੀ ਹੈ, ਗੁਰਮਤ ਗੁਰਬਾਣੀ ਦੇ ਵਿੱਚ ਹੈ। ਇਸ ਲਈ ਗੁਰਬਾਣੀ ਹੀ ਸੱਚੀ ਸੁੱਚੀ ਸਾਡੇ ਮਤ ਦੀ ਜਾਂ ਸਾਡੇ ਜੀਵਨ ਸੇਧ ਦੀ ਬੁਨਿਆਦ ਹੈ। ਪਰ ਹੁਣ ਜੇ ਗੁਰਬਾਣੀ ਤੋਂ ਪੁੱਛੀਏ ਕਿ ਮਹਾਰਾਜ ਤੁਸੀਂ ਕਿਹੜਾ ਉਪਦੇਸ਼ ਦਿੰਦੇ ਹੋ ਸੱਚ ਆਚਾਰ ਨੂੰ ਬਣਾਉਣ ਲਈ, ਗੁਰਬਾਣੀ ਸਾਨੂੰ ਬੜਾ ਸੌਖਾ ਉਪਦੇਸ਼ ਦਿੰਦੀ ਹੈ। ਕਿਹੜਾ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿੰਨੀ ਸੌਖੀ ਗੱਲ। ਸਾਡੇ ਖਿਆਲਾਂ ਨੂੰ ਸਾਧ ਸੰਗਤ ਵਿੱਚ ਸਹੀ ਜੀਵਨ ਸੇਧ ਮਿਲਦੀ ਹੈ, ਜਿਸ ਦੁਆਰਾ ਅਸੀਂ ਨਾਮ ਸਿਮਰਨ ਕਰਨਾ ਹੈ। ਜਿਉਂ-ਜਿਉਂ ਸਾਡਾ ਮਨ ਸਾਧ ਸੰਗਤ ਵਿੱਚ ਨਾਮ ਸਿਮਰਨ ਕਰੇਗਾ, ਕੀ ਹੋਏਗਾ? ਤਿਉਂ-ਤਿਉਂ ਸਾਡੇ ਖਿਆਲ, ਕਰਮ, ਆਦਤਾਂ, ਆਚਰਣ ਆਤਮ ਪਰਾਇਣ ਹੋ ਕੇ ਇਹਨਾਂ ਉੱਤੇ ਇਲਾਹੀ ਰੰਗ ਚੜ੍ਹਦਾ ਜਾਵੇਗਾ। ਪਿੱਛੇ ਅਸੀਂ ਪੜ੍ਹਿਆ ਕਿ ਖਿਆਲਾਂ ਉੱਤੇ ਆਤਮਕ ਰੰਗਤ ਚੜ੍ਹੇਗੀ ਤਾਂ ਹੀ ਖਿਆਲਾਂ ਨੂੰ ਸ਼ਕਤੀ ਮਿਲੇਗੀ। ਸੋ ਜਿਉਂ-ਜਿਉਂ ਅਸੀਂ ਸਾਧ ਸੰਗਤ ਵਿੱਚ ਆ ਕੇ ਸਿਮਰਨ ਕਰਦੇ ਹਾਂ, ਤਿਉਂ-ਤਿਉਂ ਸਾਡੇ ਖਿਆਲਾਂ ਉੱਤੇ ਨਾਮ ਦਾ ਰੰਗ ਤੇ ਉਹ ਇਲਾਹੀ ਰੰਗ ਜਾਂ ਆਤਮਕ ਸ਼ਕਤੀ ਚੜ੍ਹਦੀ ਜਾਂਦੀ ਹੈ। ਸੋ ਇਸ ਸ਼ਕਤੀ ਦੇ ਨਾਲ ਫਿਰ ਕੀ ਹੋਏਗਾ? ਤ੍ਰੈ ਗੁਣੀ ਦੇ ਮਾਇਕੀ ਵਾਤਾਵਰਣ ਦੇ ਅਸਰਾਂ ਤੋਂ ਛੁਟਕਾਰਾ ਪਾ ਲਵਾਂਗੇ ਤੇ ਫਿਰ ਸਹਿਜੇ ਸਹਿਜੇ ਸਾਡੇ ਇਸ ਨਾਲ ਸੰਸਕਾਰ ਵੀ ਬਦਲ ਸਕਦੇ ਹਨ ਤੇ ਸਾਡਾ ਆਚਾਰ ਦੈਵੀ ਗੁਣਾਂ ਨਾਲ ਰੰਗੀਜ ਕੇ ਸੱਚ ਆਚਾਰ ਬਣ ਸਕਦਾ ਹੈ। ਕਿੰਨੀ ਸੌਖੀ ਗੱਲ। ਸਾਧ ਸੰਗਤ ਵਿੱਚ ਆ ਕੇ ਸਿਮਰਨ ਕੀਤਾ, ਸਿਮਰਨ ਨਾਲ ਖਿਆਲਾਂ ਨੂੰ ਸ਼ਕਤੀ ਮਿਲੀ, ਉਸ ਸ਼ਕਤੀ ਦੇ ਆਸਰੇ ਅਸੀਂ ਵਾਤਾਵਰਣ ਦੇ ਅਸਰਾਂ ਤੋਂ ਵੀ ਬਚ ਗਏ, ਸੰਸਕਾਰਾਂ ਦੇ ਅਸਰਾਂ ਤੋਂ ਵੀ ਬਚ ਗਏ, ਸਾਡਾ ਜੀਵਨ ਵੀ ਬਦਲ ਕੇ ਸੱਚ ਆਚਾਰ ਬਣ ਗਿਆ। ਪਰ ਇੱਥੇ ਥੋੜੀ ਹੋਰ ਵਿਸਥਾਰ ਦੀ ਲੋੜ ਹੈ। ਇੱਥੇ ਲਿਖਿਆ ਹੈ ਸਾਧ ਸੰਗਤ ਵਿੱਚ ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਤੋਂ ਕੀ ਭਾਵ ਹੈ? ਸਾਧ ਸੰਗਤ ਤੋਂ ਕੀ ਭਾਵ ਹੈ? ਆਓ ਦੇਖੀਏ ਕਿਹੜੀ ਸਾਧ ਸੰਗਤ ਦੀ ਪ੍ਰੇਰਣਾ ਕਰਦੀ ਹੈ। ਸਾਡੇ ਖਿਆਲ ਸੰਗਤ ਉੱਤੇ ਹੀ ਨਿਰਭਰ ਹੁੰਦੇ ਹਨ। ਇਸ ਲਈ ਸਤਿਗੁਰਾਂ ਨੇ ਸਾਧ ਸੰਗਤ ਕਰਨ ਦਾ ਤਾਕੀਦੀ ਹੁਕਮ ਕੀਤਾ ਹੈ। ਇਹ ਸੰਗਤ ਗੁਰਬਾਣੀ
ਧਰਮ ਗ੍ਰੰਥਾਂ, ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਗੁਰਸਿੱਖਾਂ, ਗੁਰਬਾਣੀ ਦੇ ਅਭਿਆਸ ਵਾਲੇ, ਸ਼ਬਦ ਕਮਾਈ ਵਾਲੇ, ਲਿਵ ਵਾਲੇ, ਰੰਗਰਤੜਿਆਂ, ਸੰਤ ਮੰਡਲੀ, ਮਰਜੀਵਣਿਆਂ, ਮਾਇਆ ਵਿੱਚ ਉਦਾਸੀ, ਜੀਵਨ ਮੁਕਤ, ਬ੍ਰਹਮ ਗਿਆਨੀ, ਸੰਤ ਸਿਪਾਹੀ ਅਤੇ ਖਾਲਸੇ ਦੀ ਸੰਗਤ ਅਥਵਾ ਸਾਧ ਸੰਗਤ ਲੋੜੀਂਦੀ ਹੈ। ਆਮ ਇਕੱਠ ਨੂੰ ਅਸੀਂ ਸੰਗਤ ਨਹੀਂ ਕਹਿਣਾ। ਜਿੱਥੇ ਗੁਰਮੁਖ ਪਿਆਰੇ ਵਿੱਚ ਵਿਚਰਦੇ ਹਨ, ਜਿਹੜੇ ਮਾਇਆ ਵਿੱਚ ਉਦਾਸ ਹਨ, ਜਿਹੜੇ ਜਿਉਂਦੇ ਹੋਏ ਮੁਕਤ ਹਨ, ਉਹਨਾਂ ਦੀ ਸੰਗਤ। ਫਿਰ ਉਠਤ ਬੈਠਤ ਹਰ ਭਜੋ, ਸਾਧੂ ਸੰਗ ਪਰੀਤ, ਨਾਨਕ ਦੁਰਮਤ ਛੁਟ ਗਈ, ਪਾਰ ਬ੍ਰਹਮ ਬਸੇ ਚੀਤ। ਜੋ हर राते से जन परवान, तिनकी संगत परम निदान। साथ साथ सिमरो प्रभ अपना, संत संग नित रही है, एक आधार नाम तन मोरा, अनंत नानक एह लई है। जिन हर त्याया तिसनु सर्व कल्याण होए, नित संत जना की संगत जाए बई मुँह जोड़िए। हर के सन मन प्रीत लगाई, ज्यों देखे सस कमल ने, कोई आवे संतो, हर का जन संतो, मेरा प्रीतम जन संतो, मोए मार्ग दिखलावे। आन उपाव न को सूझै, हर दासा शरणी पर रहा। सो साडे जीवन ਨੂੰ ਸੇਧ, ਆਤਮਕ ਸੇਧ ਦੇਣ ਲਈ ਦੂਜਾ ਜਿਹੜਾ ਹੁਕਮ ਹੈ ਉਹ ਹੈ ਭਜ ਕੇਵਲ ਨਾਮ। ਇਹ ਨਾਮ ਦਾ ਭਜਣਾ ਕੀ ਹੈ? ਇਹ ਸਿਮਰਨ ਹੈ, ਇਹ ਆਰਾਧਨਾ ਹੈ, ਇਹ ਧਿਆਉਣਾ ਹੈ, ਇਹ ਸਾਸ ਗਿਰਾਸ ਜਪਣਾ ਹੈ, ਇਹ ਬਹਿੰਦਿਆਂ ਉੱਠਦਿਆਂ ਧਿਆਉਣਾ ਹੈ, ਇਹ ਚਲਤ ਬੈਸਤ ਖਲਿਆਂ ਜਪਣਾ ਹੈ, ਇਹ ਸਦਾ ਸਦਾ ਧਿਆਉਣਾ ਹੈ, ਇਹ ਪਲ ਪਲ ਨਿਮਖ ਨਿਮਖ ਜਪਣਾ ਹੈ। ਭਜ ਕੇਵਲ ਨਾਮ ਵਿੱਚ ਲਫ਼ਜ਼ ਕੇਵਲ ਮਹੱਤਵਪੂਰਨ ਹੈ। ਇਸ ਦਾ ਮਤਲਬ ਇਹ ਹੈ ਕਿ ਨਾਮ ਜਪਣਾ ਸਾਡੇ ਜੀਵਨ ਦਾ ਨਿਰੋਲ ਤੇ ਇੱਕੋ ਇੱਕ ਰੁਝੇਵਾਂ ਹੋਣਾ ਚਾਹੀਦਾ ਹੈ। ਧਿਆਨ ਦੇਣਾ ਜੀ, ਨਾਮ ਜਪਣਾ ਇਹ ਨਹੀਂ ਕਿ ਘੰਟਾ ਡੇਢ ਘੰਟਾ ਸੰਗਤ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ ਕਰ ਲਿਆ ਤੇ ਫਿਰ ਉਸੇ ਤਰ੍ਹਾਂ ਆਪਣੇ ਮਾਇਕੀ ਵਾਤਾਵਰਣ ਵਿੱਚ। ਇੱਥੇ ਕੀ ਲਿਖਿਆ ਹੈ ਕਿ ਨਾਮ ਜਪਣਾ ਕੀ ਹੈ? ਪਲ ਪਲ ਨਿਮਖ ਨਿਮਖ ਧਿਆਵਣਾ ਹੈ। ਨਾਮ ਜਪਣਾ ਸਾਡੇ ਜੀਵਨ ਦਾ ਨਿਰੋਲ ਤੇ ਇੱਕੋ ਇੱਕ ਰੁਝੇਵਾਂ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਵੀ ਦੁਨੀਆ ਦੇ ਰੁਝੇਵੇਂ ਹਨ, ਅਵਰ ਕਾਜ ਤੇਰੇ ਕਿਤੇ ਨਾਕਾਮ ਹਨ। ਇਸ ਨੁਕਤੇ ਬਾਬਤ ਬਹੁਤ ਭਰਮ ਭੁਲੇਖੇ ਤੇ ਗਲਤ ਫਹਿਮੀਆਂ ਪਈਆਂ ਹੋਈਆਂ ਹਨ। ਸਾਡੇ ਹਿਰਦੇ ਵਿੱਚ ਕੋਈ ਕੇਂਦਰੀ ਨੁਕਤਾ ਜਾਂ ਨਿਸ਼ਚਾ ਹੁੰਦਾ ਹੈ। ਗਲਤ ਫਹਿਮੀਆਂ ਬੜੀਆਂ ਹਨ, ਕਿਉਂਕਿ ਜੇ ਅਸੀਂ ਕਹਿੰਦੇ ਹਾਂ ਕਿ ਇੱਕੋ ਹੀ ਰੁਝੇਵਾਂ ਨਾਮ ਹੋਣਾ ਚਾਹੀਦਾ ਹੈ ਤੇ ਫਿਰ ਛੋੜ ਕੇ ਜੰਗਲਾਂ ਨੂੰ ਚਲੇ ਜਾਈਏ, ਬੱਚਿਆਂ ਨੂੰ ਕੌਣ ਪਾਲੇਗਾ? ਸੋ ਇਸ ਨੁਕਤੇ ਨੂੰ ਸਪਸ਼ਟ ਕਰਨ ਲਈ ਇੱਥੇ ਦੱਸਿਆ ਗਿਆ ਹੈ। ਸਾਡੇ ਹਿਰਦੇ ਵਿੱਚ ਕੋਈ ਕੇਂਦਰੀ ਨੁਕਤਾ ਜਾਂ ਨਿਸ਼ਚਾ ਹੁੰਦਾ ਹੈ, ਜਿਸ ਦੇ ਦੁਆਲੇ ਸਾਡੇ ਜੀਵਨ ਦਾ ਚੱਕਰ ਆਪ ਮੁਹਾਰੇ ਘੁੰਮਦਾ ਰਹਿੰਦਾ ਹੈ। ਉਸ ਨੁਕਤੇ ਜਾਂ ਆਚਾਰ ਦੀ ਰੰਗਤ ਸਾਡੀ ਹਰ ਕਿਰਿਆ ਯਾਨੀ ਤਕਣੀ, ਸੋਚਣੀ, ਬੋਲਣੀ ਆਦਿ ਵਿੱਚ ਫੁੱਟ ਫੁੱਟ ਕੇ ਅਵਸ਼ੀ ਪ੍ਰਗਟ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਸਾਡੇ ਆਚਰਣ ਦੀ ਝਲਕ ਦਾ ਬੋਲਬਾਲਾ ਜਾਂ ਪਹਿਲ ਆਉਂਦੀ ਹੈ ਤੇ ਬਾਕੀ ਸਾਰੇ ਖਿਆਲ ਜਾਂ ਕਰਮ ਇਸੇ ਝਲਕ ਨਾਲ ਰੰਗੇ ਹੁੰਦੇ ਹਨ ਤੇ ਪਿਛਲੱਗੂ ਦਾ ਦਰਜਾ ਰੱਖਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਦੇ ਆਸਰੇ ਸਿਮਰਨ ਦੁਆਰਾ ਨਾਮ ਦੀ ਰੰਗਣ ਵਿੱਚ ਸਾਡਾ ਜੀਵਨ ਢਲ ਜਾਵੇ ਤਾਂ ਸਾਡੇ ਜੀਵਨ ਦਾ ਕੇਂਦਰ ਨਾਮ ਹੋ ਜਾਂਦਾ ਹੈ ਤੇ ਨਾਮ ਦੀ ਰੰਗਣ ਨਾਲ ਸਾਡੇ ਹਰ ਖਿਆਲ, ਸੋਚਣੀ ਆਦਤ ਅਤੇ ਆਚਾਰ ਵਿੱਚ ਝਲਕ ਮਾਰਦੀ ਹੈ। ਇਸ ਹਾਲਤ ਵਿੱਚ ਨਾਮ ਰੰਗਣ ਹੀ ਸਾਡੇ ਜੀਵਨ ਦਾ ਆਧਾਰ ਤੇ ਪਹਿਲ ਬਣ ਜਾਂਦੇ ਹਨ ਤੇ ਬਾਕੀ ਸਾਰੇ ਖਿਆਲੇ ਨਾਮ ਦੇ ਦੁਆਲੇ ਘੁੰਮਦੇ ਹਨ। ਇਸ ਤਰ੍ਹਾਂ ਨਾਮ ਸਿਮਰਨ ਹੀ ਸਾਡੇ ਜੀਵਨ ਦਾ ਆਧਾਰ, ਪਹਿਲ ਤੇ ਕੇਵਲ ਕਿਰਿਆ ਬਣ ਜਾਂਦਾ ਹੈ। ਧਿਆਨ ਦੇਣਾ ਜੀ, ਅਸੀਂ ਕੰਮਕਾਰ ਨਹੀਂ ਛੱਡਣੇ, ਬਲਕਿ ਸਿਰਫ ਸਿਮਰਨ ਕਰ ਕਰਕੇ ਆਪਣੇ ਸਿਮਰਨ ਨੂੰ ਆਪਣੇ ਜੀਵਨ ਵਿੱਚ ਪਹਿਲ ਦੇਣੀ ਹੈ। ਜਿਵੇਂ ਹੁਣ ਸਾਡਾ ਪਹਿਲ ਕਿਸੇ ਦਾ ਮਾਇਆ ਹੈ, ਕਿਸੇ ਦਾ ਕੀ ਹੈ, ਕਿਸੇ ਦਾ ਕੀ। ਬਾਕੀ ਅਸੀਂ ਹੁਣ ਜਿਹੜਾ ਪਰਮਾਰਥ ਨੂੰ ਹੈ ਪਿਛਲੱਗੂ ਦਾ ਦਰਜਾ ਦਿੱਤਾ ਹੋਇਆ। ਮਿਸਾਲ ਦੇ ਤੌਰ ਤੇ ਕਿਸੇ ਨੂੰ ਮਾਇਆ ਨੂੰ ਪਹਿਲ ਦਿੱਤੀ ਹੈ, ਉਸਨੇ ਆਪਣੇ ਜੀਵਨ ਦਾ ਆਚਾਰ ਇਹ ਬਣਾਇਆ ਹੈ ਕਿ ਵੱਧ ਤੋਂ ਵੱਧ ਪੈਸਾ ਇਕੱਠਾ ਕਰਨਾ ਹੈ। ਉਹ ਫਿਰ ਹਰ ਕੰਮ ਇਸ ਦੀ ਰੰਗਣ ਵਿੱਚ ਕਰੇਗਾ। ਉਹ ਝੂਠ ਵੀ ਬੋਲੇਗਾ, ਇਹ ਨਹੀਂ ਦੇਖੇਗਾ ਗੁਰਬਾਣੀ ਕੀ ਕਹਿੰਦੀ ਹੈ। ਜਾਇਜ਼ ਨਾਜਾਇਜ਼ ਕਰਮ ਵੀ ਕਰੇਗਾ, ਕਿਉਂਕਿ ਉਸ ਦਾ ਨੁਕਤਾ ਕੇਂਦਰੀ ਹੈ ਮਾਇਆ ਇਕੱਠੀ ਕਰਨਾ। ਤੇ ਜੇ ਕਿਤੇ ਸੰਗਤ ਵਿੱਚ ਜਾਣ ਦਾ ਉਸਨੂੰ ਮੌਕਾ ਮਿਲੇਗਾ, ਉਹ ਕਾਰੋਬਾਰ ਛੱਡ ਕੇ ਨਹੀਂ ਜਾਏਗਾ। ਜੇ ਛੁੱਟੀ ਹੋਏਗੀ, ਫਾਲਤੂ ਦਾ ਟਾਈਮ ਹੋਏਗਾ ਤਾਂ ਹੀ ਜਾਏਗਾ, ਕਿਉਂਕਿ ਉਸਨੇ ਕੇਂਦਰੀ ਨੁਕਤਾ ਮਾਇਆ ਨੂੰ ਬਣਾਇਆ ਹੈ। ਬਾਕੀ ਸਾਰੇ ਕੰਮ ਉਹ ਪਿਛਲੱਗੂ ਦਾ ਦਰਜਾ ਰੱਖਦੇ ਹਨ। ਇਸੇ ਤਰ੍ਹਾਂ ਜੋ ਅਸੀਂ ਸਾਧ ਸੰਗਤ ਵਿੱਚ ਆ ਕੇ ਨਾਮ ਨੂੰ ਆਪਣਾ ਪਹਿਲ ਬਣਾ ਲਵਾਂਗੇ, ਇਸ ਕੇਂਦਰੀ ਨੁਕਤੇ ਨੂੰ ਪਹਿਲ ਦੇਣੀ ਹੈ। ਇਸ ਦਾ ਮਤਲਬ ਇਹ ਹੈ ਕਿ ਸਵਾਸ ਸਵਾਸ ਸਿਮਰਨ ਕਰਨ ਦਾ, ਬਾਕੀ ਸਾਰੇ ਕਰਮ ਪਿਛਲੱਗੂ ਦਾ ਦਰਜਾ ਹੋਣ। ਨਾਮ ਦੀ ਰੰਗਣ ਵਿੱਚ ਕਰਮ ਕਰਨੇ ਹਨ। ਜਿਵੇਂ ਕਿ ਜੇ ਝੂਠ ਬੋਲਣਾ ਨਾਮ ਵਿੱਚ ਵਿਘਨ ਪਾਉਂਦਾ ਹੈ ਤਾਂ ਛੱਡ ਦਿੱਤਾ, ਤੇ ਜੇ ਸੰਗਤ ਕਰਨ ਦਾ ਕਿਥੇ ਲਾਹਾ ਲੈਣ ਦਾ ਸਾਨੂੰ ਮੌਕਾ ਮਿਲਿਆ ਉੱਥੇ ਚਲੇ ਗਏ। ਜਦੋਂ ਨਾਮ ਦੀ ਸਾਡੇ ਜੀਵਨ ਵਿੱਚ ਪਹਿਲ ਹੋਏਗੀ
फिर नाम दा धन इकट्ठा करन दे जितने भी साधन होणगे वो असीं करांगे, किसी नाल रोस नहीं करांगे क्योंकि विघन पावेगा। इस तरह असीं औगणा तो आप मुहारे बचांगे, साडा आचार फिर अपने आप बन जाएगा जदों केंद्र नाम नूं बनावांगे। सो इस तरह नाम ही साडे जीवन दा आधार, पहल ते केवल क्रिया बन जाता है जदों साथ संगत विच आके असीं सेध लैंदे हां। जीवन रूप सिमरन प्रभ तेरा। इस दा मतलब ये नहीं कि असीं दुनियावी सारे काम छड्डणे हन। दुनिया विच विचरदे होए असीं अपने नाल लिखे हुक्म अनुसार आप अपने काम करने हन, पर जरूरी नुकता यह है कि असीं नाम सिमरन नूं पहल देनी है ते बाकी सारे काम नाम दी रंगण विच करने हन। पर अमली तौर ते इस इलाही हुक्म दे ऐन उल्ट असीं अपने मायकी जीवन नूं पहल दित्ती है ते इस दे रंगण विच रंगीज के सारे काम करदे हां। इत्थों ताईं के परमारथ या गुरबाणी नूं भी इसे मायकी रंगण नाल परखदे ते ढालदे हां। इसे तरह असीं मायकी पक्ष नूं पहल दित्ती होई है ते परमारथ नूं ओपरा जिहा बना दिता है ते परमारथ नूं भी मायकी रंगत चाड़ दित्ती है, जिस दा नतीजा साडे धार्मिक जीवन विच प्रतख जाहिर है। इस भुलेखे ते गलत अकीदे तो बचाउण लई गुरबाणी में सानू डाढ़ी ताड़ना की गई है। कर्म कांड बहु करे आचार, बिन नामे त्रिग त्रिग अहंकार। आन आचार व्यवहार है जेते, बिन हार सिमरन फोक। ध्यान देना जी, फिर दोहरा दईए क्योंकि बहुत जरूरी नुकता है कि जे असीं अपना आचार करैक्टर बनाना है, वो नाम नूं जदों पहल देवांगे, नाम नूं आधार बनावांगे तां ही बन सकता है। एवें नहीं कई बारी असी दिमागी निश्चय द्वारा कैरेक्टर बनाने की कोशिश करते, एक बंदा फैसला करता मैं क्रोध नहीं करना, जदों वो जिहा वाकया हो जाता फिर क्रोध करन लग पैंदा है। फैसला करते हैं रोसे गिले अज तो बाद किसी नाल नहीं करांगे, फिर जदों कोई वो जिहा माहौल बनता है रोसे गिले भी हो जाते हैं, क्योंकि बुनियाद साड़ी दिमागी निश्चय ते आधारित है। जदों नाम रंगण नूं पहल देवांगे फिर ये आचार अपने आप बन जाएगा, क्योंकि असी देखांगे जो रोस करते हाँ तो नाम विच फर्क पैंदा है, जे क्रोध करते हाँ नाम विच फर्क पैंदा है, जे वासनावां विच गलतान होंदे हाँ नाम विच फर्क पैंदा है। सो केंद्रीय नुकता जदों नाम नूं बना लिया अपने आप साडा कैरेक्टर बन जाएगा। जे नहीं बनाया तो साढ़े सिमरन तो बिना साढ़े कैरेक्टर जिहड़े हन वो फोके हन। गुरबाणी इस गल दा गवाही भरदी है कि आन आचार व्यवहार है जेते बिन हर सिमरन फोक। मनमुख का ए बाद आचार बहु कर्म दृढ़ावे नाम विसार। बिन शब्द आचार न किन्हीं पाया, नाम बिना कैसे आचार। इस दा नचोड़ ये है कि नाम सिमरन तो बगैर साडे ख्याल कर्म अते आचार अधूरे, फोके, गलत, हानिकारक ते दुखदाई हो सकते हैं, जिस कारण साडे सारे कर्म धर्म अजाई जाते हैं ते साडा जीवन मायकी परम भुलावे विच बिरथा जा रहा है। पलच पलच सगली मुई झूठे तन दे मोह। नाम संग मन प्रीत न लावे, कोट कर्म कर तो नरक जावे। पर यह नाम जिहड़ा है साडे जीवन का केंद्रीय नुकता तां बनेगा जे असीं इसदा रात दिन अभ्यास करांगे, श्वास श्वास जपांगे। जनता नूं उचेरी चंगेरी जीवन सेध दी कदर कीमत आउंदी सी, जिस नाल उन्हां दा इखलाक या आचार उच्चा सुच्चा हुंदा सी। इस उच्चे सुच्चे इखलाक नूं कायम रखण लई उन्हां विच स्वै संजम भी हुंदा सी, डिसिप्लिन, जिस कारण उन्हां नूं निजी खानदानी ते कौमी इखलाक अथवा आचार दी आन शान नूं कायम रखण लई बेअंत कुर्बानियां देणियां पैंदियां सन। अजकल साडे जीवन विच माया दा इतना गहरा अथवा डूंगा असर हो गया है कि साडे हौमे अत सूक्ष्म ते दामनक हो गई है, जिस नाल साडे जीवन विच मैं मेरी अथवा खुदगर्जी या निजी स्वार्थ दा ही वर्तारा है ते बोलबाला है, जिस दी वजह नाल साडी हौं तारी शख्सियत ही साडे जीवन दा केंद्र बन गई है ते दिन रात असी अपनी मैं मेरी दे तुरे दुआले ही घुमदे रहंदे हां। इस हौं तारी शख्सियत नूं पालना पोसना ही साडी जीवन सेध बन गई है ते इस दी प्रवृत्ति लई शरीरक ते मानसिक संजम, उच्चे सुच्चे जीवन म्यार, इखलाक आचार नूं अखां तो लांबे रख के अथवा भुला के अपनी हौमे वेड़ी शख्सियत नूं पालना पोसना ही साडा जीवन आधार बन चुक्या है। कौन देखदा है कि गुरबाणी की कहंदी है, साडी आत्मा की आवाज देंदी है? कोई नहीं देखदा। आचार करैक्टर उच्चे सुच्चे दैवी गुणां वल कोई नहीं तकदा। सिर्फ अपनी हौं तारी शख्सियत नूं पालना पोसना ये साडा जीवन आचार बन गया है। झूठी माया ही साडा रब, ये माया ही साडा धर्म, साडा इखलाक, साडा आचार, साडा जीवन बन चुकी है, जिस दी वजह नाल हौमे वेड़ी मैं मेरी दा ही वर्तारा है ते दुनिया विच खुदगर्जी, खोआ खाई, लुट खसुट, रिश्वतखोरी, धोखेबाजी, झूठ फरेब, ईरखा द्वैत, वैर विरोध, लड़ाइयां झगड़े, जुल्म दा बोलबाला हो रहा है।
दूजे लफ्ज़ां विच इस कलयुग विच मानसिक संजम इखलाक या आचार की बजाय साड़ी मैं मेरी दी हां तारी शख्सियत नूं जायज़ नाजायज़ तरीक़े नाल पालना पोसना ही साड़ा इखलाक या आचार बन चुकिया है। गुरबाणी में साड़ी इस अदोगती बाबत इउं ताड़ना की गई है, झूठी दुनिया लग ना आप मंजाइए। ये हुक्म है सानू। ऐसे सच्चे सुचे आचारहीन घोर कलयुग विच भी जिन्हां गुरमुखां ने गुरबाणी अते सत्संग की शरण लई है उन्हां नूं गुरमुख सुख फल साध संग माया अंदर करन उदासी किया गया है। पर ऐसे गुरबाणी दे सच्चे सुचे आत्मक रंगत दे आचारी अथवा गुरमुख जन विरले ही होंदे हन। जग ज्ञानी विरला आचारी। हाँ जी, ऐसे गुरबाणी दे सच्चे सुचे आत्मक रंगत दे आचारी जिन्हां ने नाम दी आधार ते अपना आचार बनाया है अथवा गुरमुख जन विरले ही होंदे हन। जग ज्ञानी विरला आचारी। गुरबाणी विचार लेख नंबर 11। गुरु रूप प्यारी साध संगत जी, ये गुरबाणी विचार दियां लिखतां गुरमुख प्यारे ने साडे इस दुखदाई ते मलीन जीवन ते तरस करके अपने आत्मक अनुभव विचों सानू सेध देण लई लिखियां हन। 132 लिखतां हन जिन्हां विचों 11 नंबर